कि अज तो 1.5-2 साल पहले मैं याद है कि इस थां ते तुसी एक अपने वालों एक धरना लाया सीगा, कार सेवा शुरू की सीगी कि यह बाला साहब हॉस्पिटल जिहड़ा वीरान हो रहा है, कोई कमेटी इस ते ध्यान नहीं दे रही। 2 सालों का सफ़र किस तरीके का रहा, क्योंकि इस 2 सालों के विच बहुत चीज़ां होईयां ने, प्रधान भी बदले गए ने और तुहाडी पार्टियां भी बदलियां गईयां। की कहना चाहो? 2 साल असी इत्थे उस दौरान असी जिन्ने भी इत्थों लोकल और दूर दुराडे तो असी सारे मिल के आते रहे और इत्थे बड़े उच्चे उच्चे झाड़ सन, वो झाड़ भी हटाते रहे और पानी भी कढ़ते रहे, जिथे 400 बैड का हॉस्पिटल बनना सी। पर अफसोस कि राजनीति की भेट चढ़ गया। तो जानना चाहांगा, तुसीं कहा कि तुहाडे इलावा बड़े सारे मैंबरां ने बरगाड़ी दे करके इस्तीफे दिते सीगे, पर किसी भी मैंबर ने दोबारा उस पार्टी नूं दोबारा ज्वाइन तो नहीं ना कीता। वो ज्वाइन करन वाला कला इंद्रजीत सिंह मोंटी है। तो इंद्रजीत सिंह मोंटी का ऐसा किहड़ा मोह पै गया उस पार्टी दे नाल जिन्होंने उन्हें लत्त मारी ते अज उहदे विच शामिल सारे इंटरव्यू चुक के तुसीं देखना गुरु ग्रंथ साहब महाराज की बेदबी बरगाड़ी च ही होई। बाद हो सकता पहले तुसीं सीगे, पर बाद चो कई मैंबर ने, चमन सिंह उहदे विच ने, उन्होंने कहा कि मैं गुरु ग्रंथ साहब महाराज जी की बेदबी करके दिते आ। बाद जोड़े मैंबर साहबान आए, क्योंकि जो उस समय 15 अक्तूबर 2015 की मैं गल कर रहा हूँ, सब तो पहला ते उस समय जो हालात सीगे वो तुहाडे सारे मीडिया के सामने सीगे कि बरगाड़ी का इंसाफ हो गया जो तुसीं पार्टी च वापस आ गए हो। कांड जदों होया उस तो बाद सत्तारूढ़ पार्टी जिहड़ी सीगी ਉਹਨੂੰ संगत ने बाहर करता। साडे मौजूदा साबका प्रधान सरदार परमजीत सिंह जी सरना जी जिहड़े पर्सनल सलाहकार ने कैप्टन अमरिंदर सिंह सीएम पंजाब दे, क्यों नहीं वो केस चलाए गए, क्यों नहीं SIT कायम की गई, क्यों नहीं वो कार्य सारे किए गए जिन्हां दी जरूरत सी। सिंह सरना ਦਾ ਉਹਦੇ ਵਿੱਚ ਕਿੱਥੋਂ ਰੋਲ ਆ ਗਿਆ? ਨਾ ਉਹ ਪੰਜਾਬ ਸਰਕਾਰ 'ਚ ਨੇ, ਨਾ ਉਹ ਮੌਜੂਦਾ ਦਿੱਲੀ ਕਮੇਟੀ ਦੇ ਵਿੱਚ ਨੇ। ਉਹਨਾਂ ਦੇ ਅੱਛੇ ਰਿਲੇਸ਼ਨ ਹੋ ਸਕਦੇ ਕੈਪਟਨ ਅਮਰਿੰਦਰ ਸਿੰਘ ਦੇ ਨਾਲ। ਕੈਪਟਨ ਅਮਰਿੰਦਰ ਸਿੰਘ ਦੇ ਪਰਸਨਲ ਸਲਾਹਕਾਰ ਨੇ। ਆਪ ਜੀ ਦੇਖੋ ਉਹਨਾਂ ਦੀ ਚਿੱਠੀ ਉਹਨਾਂ ਨੇ ਆਪਣੇ ਪੋਸਟਾਂ ਦੇ ਉੱਤੇ ਲਿਖਿਆ ਕਿ ਪਰਸਨਲ ਸਲਾਹਕਾਰ ਆ ਮੈਂ। ਕਿਉਂ ਨਾ ਇੰਦਰਜੀਤ ਸਿੰਘ ਮੋਂਟੀ ਨੂੰ ਮੌਕਾ ਪ੍ਰਸਤ ਕਿਹਾ ਜਾਵੇ? ਪਹਿਲੇ ਉਹ ਸਰਨਾ ਦਲ ਦੇ ਵਿੱਚ ਸੀਗਾ, ਫਿਰ ਉਹ ਅਕਾਲੀ ਦਲ 'ਚ ਆਇਆ, ਕਹਿ ਕੇ ਇਸਤੀਫਾ ਦੇ ਦਿੱਤਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਤਕਾਰ ਵਜੋਂ ਕਿ ਇੱਕ ਵੀ ਸਤਕਾਰ ਨਹੀਂ ਹੋਇਆ, ਅਪਮਾਨ ਹੋਇਆ, ਇਸਤੀਫਾ ਦੇ ਦਿੱਤਾ। ਬਾਅਦ 'ਚੋਂ ਪੰਥਕ ਸੇਵਾ ਦਲ ਦੇ ਮੌਜੂਦਾ ਪ੍ਰੈਜ਼ੀਡੈਂਟ ਤੁਸੀਂ ਹੋ, ਤੁਸੀਂ ਇਹ ਦੱਸੋ ਇਸਤੀਫਾ ਚੇਅਰਮੈਨ ਤੁਸੀਂ ਹੋ, ਇਹ ਦੱਸੋ ਤੁਹਾਡਾ ਇਸਤੀਫਾ ਕਿੱਥੇ? ਅੱਜ ਤੱਕ ਤੁਸੀਂ ਇਸਤੀਫਾ ਦਿੱਤਾ ਹੈਗਾ ਕਦੀ? ਤੁਹਾਡੇ ਉਹ 2 ਸਾਲ ਪਹਿਲੇ ਦੀ ਉਹ ਮੈਂ ਆਪ ਆ ਕੇ ਤੁਹਾਡਾ ਇੰਟਰਵਿਊ ਕਰਦਾ ਰਿਹਾ, ਉਦੋਂ ਤੁਸੀਂ ਕਿਹਾ ਜੀ ਅਕਾਲੀ ਦਲ ਸਹੀ ਨਹੀਂ ਹੈ, ਸਟੈਂਡ ਨਹੀਂ ਹੈ। ਅੱਜ ਕਿਉਂ ਇੰਦਰਜੀਤ ਸਿੰਘ ਮੋਂਟੀ ਨੂੰ ਮੌਕਾ ਪ੍ਰਸਤ ਲੀਡਰ ਕਿਉਂ ਨਾ ਕਿਹਾ ਜਾਵੇ? ਇੰਦਰਜੀਤ ਸਿੰਘ ਮੋਂਟੀ ਨੂੰ ਮੌਕਾ ਪ੍ਰਸਤ ਤੁਸੀਂ ਕਹਿ ਰਹੇ ਹੋ, ਮੈਂ ਤੁਹਾਡੀ ਗੱਲ ਨੂੰ ਜ਼ੁਬਾਨ ਨੂੰ ਨਹੀਂ ਰੋਕ ਸਕਦਾ, ਪਰ ਮੈਂ ਨਹੀਂ ਕਹਿ ਰਿਹਾ, ਲੋਕ ਕਹਿ ਰਹੇ। ਮੈਂ ਸੰਗਤ ਦੇ ਹੁਕਮ ਨੂੰ ਸਰਪਰੇ ਮੰਨਦੇ ਹੋਏ ਅਗਰ ਇੰਦਰਜੀਤ ਸਿੰਘ ਮੋਂਟੀ ਦੀ ਗੱਲ ਕਰਦੇ ਹੋ ਤੇ ਬਹੁਤ ਸਾਰੇ ਐਸੇ ਨਾਮ ਨੇ ਜੇ ਮੈਂ ਆਪ ਲਵਾਂ ਤੇ ਉਹਦੇ ਨਾਲ ਵਿਵਾਦ ਖੜਾ ਹੋ ਜਾਏਗਾ। ਸੋ ਕਈ ਚੀਜ਼ਾਂ ਸੀ ਜਿਹਦੇ ਨਾਲ ਕਿਆਸ ਲੱਗ ਰਹੇ ਸੀਗੇ ਕਿ ਸ਼ਾਇਦ ਜਾਂ ਤੇ ਮੋਂਟੀ ਸਰਨਾ ਦੇ ਵਿੱਚ ਜਾਏਗਾ ਜਾਂ ਮਨਜੀਤ ਸਿੰਘ ਜੀਕੇ ਨੂੰ ਜੁਆਇਨ ਕਰ ਸਕਦਾ। ਅਕਾਲੀ ਦਲ ਦਾ ਕੋਈ ਨਾਂ ਨਹੀਂ ਸੀ ਲੈ ਰਿਹਾ। ਅਚਾਨਕ ਤੋਂ ਅਕਾਲੀ ਦਲ ਬਾਹਰ ਨਿਕਲ ਕੇ ਕਿੱਦਾਂ ਆ ਗਿਆ? ਸਸਪੈਂਸ ਕਿੱਦਾਂ ਆ ਗਿਆ? ਜਾਂ ਇੰਦਰਜੀਤ ਸਿੰਘ ਮੋਂਟੀ ਕਿਉਂ 2 ਮਹੀਨੇ ਵਾਸਤੇ ਚੇਅਰਮੈਨ ਹੀ ਸੰਭਾਲਣਾ? ਤੁਹਾਡਾ ਸਵਾਲ ਬਿਲਕੁਲ ਵਾਜਿਬ ਹੈ, ਪਰ ਮੈਂ ਗੁਰਬਾਣੀ ਦੀ ਇੱਕ ਤੁਕ ਜ਼ਰੂਰ ਇੱਥੇ ਕਹਾਂਗਾ ਕਿ ਸਤਿਗੁਰ ਹੱਥ ਵਡਿਆਈਆਂ ਜਿਸ ਭਾਵੈ ਤਿਸ ਦੇ। ਬਾਲਾ ਸਾਹਿਬ ਹਸਪੀਟਲ ਦੇ ਵਿੱਚ ਹੀ ਮੌਜੂਦ ਹੈਗੇ ਆ, ਜਿੱਥੇ ਕਿ ਹਸਪੀਟਲ ਬਣ ਕੇ ਤਿਆਰ ਹੈ। ਇੰਦਰਜੀਤ ਸਿੰਘ ਮੋਂਟੀ ਇੱਥੇ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰਦੇ ਆ। ਮੋਂਟੀ ਜੀ, ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਬਿਲਕੁਲ, ਅੱਜ ਇੱਥੇ ਤੁਸੀਂ ਬਾਲਾ ਸਾਹਿਬ ਹਸਪੀਟਲ ਦੇ ਉਦਘਾਟਨ ਮੌਕੇ ਤੇ ਮੌਜੂਦ ਹੋ, ਸਾਰੀ ਟੀਮ ਮੌਜੂਦ ਹੈ, ਅੰਮ੍ਰਿਤਪਾਲ ਸਿੰਘ ਹਰੀ ਹੈਗੇ ਆ, ਸਾਰੇ ਇੱਥੇ ਹੈਗੇ ਨੇ। ਸੋ ਮੈਂ ਤੁਹਾਡੇ ਤੋਂ ਇੱਕ ਗੱਲ ਬੜੀ ਜ਼ਰੂਰੀ ਕਰਨੀ ਹੈ, ਕਿਉਂਕਿ ਅੱਜ ਤੋਂ 1.5-2 ਸਾਲ ਪਹਿਲੇ ਮੈਨੂੰ ਯਾਦ ਹੈ ਕਿ ਇਸ ਥਾਂ ਤੇ ਤੁਸੀਂ ਇੱਕ ਆਪਣੇ ਵੱਲੋਂ ਇੱਕ ਧਰਨਾ ਲਾਇਆ ਸੀਗਾ, ਕਾਰ ਸੇਵਾ ਸ਼ੁਰੂ ਕੀਤੀ ਸੀਗੀ कि यह बाला साहब हॉस्पिटल जिहड़ा वीरान हो रहा है, कोई कमेटी इस ते ध्यान नहीं दे रही और हर एतवार आके तुसीं सेवा करते सी। मैं उदों इंटरव्यू किया सीगा, उदों इमारत खंडर सीगी ते अज चलो सोहनी इमारत है, शायद वही इमारत जिथे सेवावां हो रही सीगियां। तुहाडे तो जानना चाहांगे 2 सालों का सफ़र किस तरीके का रहा, क्योंकि इस 2 सालों के विच बहुत चीज़ां होईयां ने, प्रधान भी बदले गए ने और तुहाडी पार्टियां भी बदलियां गईयां। की कहना चाहोगे? इसी थां ते असीं अज तो 2 साल पहला ਜਦੋਂ ਪ੍ਰਕਾਸ਼ ਪੁਰਬ ਸੀਗਾ, ਇੱਥੇ ਅਸੀਂ ਦੀਵਾਲੀ ਦੇ ਮੋਮਬੱਤੀਆਂ ਲਗਾ ਕੇ ਪ੍ਰਕਾਸ਼ ਪੁਰਬ ਤੇ ਅਸੀਂ ਮੋਮਬੱਤੀਆਂ ਲਗਾ ਕੇ 550 ਸਾਲ ਗੁਰੂ ਨਾਨਕ ਸਾਹਿਬ ਦੇ ਇੱਥੇ ਲਿਖਿਆ ਸੀਗਾ। ਅਸੀਂ ਲਗਾਤਾਰ ਕਿਉਂਕਿ ਗੁਰੂ ਨਾਨਕ ਪਾਤਸ਼ਾਹ ਦਾ 550 ਸਾਲ ਆਣਾ ਸੀਗਾ, 2 ਸਾਲ ਅਸੀਂ ਇੱਥੇ ਉਸ ਦੌਰਾਨ ਅਸੀਂ ਜਿੰਨੇ ਵੀ ਇੱਥੋਂ ਲੋਕਲ ਔਰ ਦੂਰ ਦੁਰਾਡੇ ਤੋਂ ਅਸੀਂ ਸਾਰੇ ਮਿਲ ਕੇ ਆਉਂਦੇ ਰਹੇ
ਔਰ ਇੱਥੇ ਬੜੇ ਉੱਚੇ ਉੱਚੇ ਝਾੜ ਸਨ, ਉਹ ਝਾੜ ਵੀ ਹਟਾਉਂਦੇ ਰਹੇ ਔਰ ਪਾਣੀ ਵੀ ਕੱਢਦੇ ਰਹੇ। ਔਰ ਹਰ ਕਮੇਟੀ ਨੂੰ ਅਸੀਂ ਹੱਥ ਬੰਨ੍ਹ ਕੇ ਇਹੀ ਬੇਨਤੀ ਕੀਤੀ, ਚਾਹੇ ਜਿਸ ਸਮੇਂ ਮੈਂ ਮੌਜੂਦਾ 2002 ਤੋਂ ਮੈਂਬਰ ਹਾਂ, ਉਸ ਸਮੇਂ ਤੋਂ ਇਸ ਬਿਲਡਿੰਗ ਨੂੰ ਐਵੇਂ ਖੰਡਰ ਦੇਖ ਕੇ, ਇੱਕ ਧਰੋਹਰ ਹੈ ਸਾਡੀ ਸਿੱਖਾਂ ਦੀ, ਜਿਹੜੀ ਪੰਥ ਰਤਨ ਬਾਬਾ ਹਰਬੰਸ ਸਿੰਘ ਜੀ ਨੇ ਉਸ ਸਮੇਂ ਸੁਪਨਾ ਦੇਖਿਆ ਸੀ, ਲਗਭਗ 1999 2000 ਦੇ ਚ ਨੀਂਹ ਪੱਥਰ ਇਹਦਾ ਰੱਖਿਆ ਗਿਆ ਸੀਗਾ। ਇੰਨੀ ਵੱਡੀ ਥਾਂ ਜਿੱਥੇ 400 ਬੈੱਡ ਦਾ ਹਸਪੀਟਲ ਬਣਨਾ ਸੀ, ਪਰ ਅਫਸੋਸ ਕਿ ਉਹ ਰਾਜਨੀਤੀ ਦੀ ਭੇਟ ਚੜ ਗਿਆ। ਉਸ ਸਮੇਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਦਬੀ ਦੇ ਵਿੱਚ, ਬਰਗਾੜੀ ਕਾਂਡ ਦੇ ਵਿੱਚ 2015 ਦੇ ਵਿੱਚ ਦਾਸ ਨੇ ਇੱਕੋ ਹੀ ਵਾਹਿਦ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂਬਰ ਮੈਂ ਸਾਂ ਜਿਹਨੇ ਰਿਜ਼ਾਈਨ ਕੀਤਾ ਸੀ, ਡਿਊ ਟੂ ਇਸ ਕਰਕੇ ਕਿ ਇਹ ਜਿਹੜੇ ਹਾਲਾਤ ਨੇ, ਜਿਸ ਤਰ੍ਹਾਂ ਸਨ 1984 ਦੇ ਵਿੱਚ ਕਾਰਾ ਵਾਪਰਿਆ, ਉਸ ਸਮੇਂ ਅਸੀਂ ਉਹ ਸਾਰੇ ਵਿਰੋਧੀ ਜਿੰਨੇ ਵੀ ਸੀਗੇ ਉਹ ਸਾਰਿਆਂ ਨੇ ਅਸਤੀਫੇ ਦਿੱਤੇ ਸਨ। ਉਸ ਸਮੇਂ ਜਿਹੜੇ ਸਿੱਖ ਗੁਰੂ ਨੂੰ ਪਿਆਰ ਕਰਨ ਵਾਲੇ, ਉਸ ਸਮੇਂ ਜਿਹੜਾ ਹਾਲਾਤ ਹੋਇਆ, ਉਸ ਤੋਂ ਬਾਅਦ ਅਸੀਂ ਇੱਥੇ ਧਰਨਾ ਨਹੀਂ ਲਗਾਇਆ, ਲਗਾਤਾਰ ਸੇਵਾ ਸ਼ੁਰੂ ਕੀਤੀ। ਔਰ ਹਮੇਸ਼ਾ ਅਸੀਂ ਮੌਜੂਦਾ ਪ੍ਰਬੰਧਕਾਂ ਨੂੰ ਇਹ ਬੇਨਤੀ ਕਰਦੇ ਰਹੇ ਕਿ ਤੁਸੀਂ ਇਸ ਦੀ ਕਾਰ ਸੇਵਾ ਛੇਤੀ ਤੋਂ ਛੇਤੀ ਸ਼ੁਰੂ ਕਰਾਓ ਔਰ ਇਸ ਹਸਪੀਟਲ ਨੂੰ ਸ਼ੁਰੂ ਕਰੋ। ਔਰ ਅੱਜ ਉਹ ਹਸਪੀਟਲ ਸ਼ੁਰੂ ਹੋਇਆ ਹੈ। ਅੱਜ ਮੈਂ ਸਮਝਦਾ ਕਿ ਸੰਗਤਾਂ ਨੂੰ ਬਹੁਤ ਇਸ ਦੇ ਵਿੱਚ ਅੰਦਰ ਠੰਡ ਪਈ ਹੈ ਕਿ ਇਹ ਹਸਪੀਟਲ ਜਿਹੜਾ ਹੈ ਸਮਰਪਿਤ ਹੋਇਆ ਸਾਧ ਸੰਗਤ ਜੀ। ਤੁਹਾਡੇ ਤੋਂ ਜਾਣਨਾ ਚਾਹਾਂਗਾ, ਤੁਸੀਂ ਕਿਹਾ ਕਿ ਤੁਹਾਡੇ ਇਲਾਵਾ ਬੜੇ ਸਾਰੇ ਮੈਂਬਰਾਂ ਨੇ ਬਰਗਾੜੀ ਦੇ ਕਰਕੇ ਅਸਤੀਫੇ ਦਿੱਤੇ ਸੀਗੇ, ਪਰ ਕਿਸੇ ਵੀ ਮੈਂਬਰ ਨੇ ਦੁਬਾਰਾ ਉਸ ਪਾਰਟੀ ਨੂੰ ਦੁਬਾਰਾ ਜੁਆਇਨ ਤਾਂ ਨਹੀਂ ਨਾ ਕੀਤਾ। ਉਹ ਜੁਆਇਨ ਕਰਨ ਵਾਲਾ ਕੱਲਾ ਇੰਦਰਜੀਤ ਸਿੰਘ ਮੋਂਟੀ ਹੈ, ਤੇ ਇੰਦਰਜੀਤ ਸਿੰਘ ਮੋਂਟੀ ਦਾ ਐਸਾ ਕਿਹੜਾ ਮੋਹ ਪੈ ਗਿਆ ਉਸੇ ਪਾਰਟੀ ਦੇ ਨਾਲ ਜਿਹਨੂੰ ਉਹਨੇ ਲੱਤ ਮਾਰੀ ਤੇ ਅੱਜ ਉਹਦੇ ਵਿੱਚੋਂ ਸ਼ਾਮਲ ਬਰਗਾੜੀ ਕਰਕੇ ਕਿਸੇ ਨੇ ਵੀ ਇਸਤੀਫਾ ਨਹੀਂ ਸੀ ਦਿੱਤਾ। ਮੈਂ ਪਹਿਲੇ ਤੁਹਾਨੂੰ ਕਲੀਅਰ ਕਰ ਦਵਾਂ, ਤੁਸੀਂ ਆਪਣੇ ਸਾਰੇ ਇੰਟਰਵਿਊ ਇੱਕ ਦੋ ਮੈਂਬਰ ਹੈਗੇ ਨੇ ਜਿਨ੍ਹਾਂ ਨੇ ਗੱਲ ਕਹੀ ਹੈ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬੇਅਦਬੀ ਕਰਕੇ ਉਹਨਾਂ ਨੇ ਲੈਟਰ 'ਚ ਲਿਖਿਆ। ਸਾਰੇ ਇੰਟਰਵਿਊ ਚੁੱਕ ਕੇ ਤੁਸੀਂ ਦੇਖਣਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਬਰਗਾੜੀ 'ਚ ਹੀ ਹੋਈ। ਬਾਅਦ ਦੇ ਵਿੱਚ ਹੋ ਸਕਦਾ ਪਹਿਲੇ ਤੁਸੀਂ ਸੀਗੇ, ਪਰ ਬਾਅਦ 'ਚੋਂ ਕਈ ਮੈਂਬਰ ਨੇ, ਚਮਨ ਸਿੰਘ ਉਹਦੇ ਵਿੱਚ ਨੇ, ਉਹਨਾਂ ਨੇ ਕਿਹਾ ਕਿ ਮੈਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬੇਅਦਬੀ ਕਰਕੇ ਦਿੱਤੇ ਆ। ਬਾਅਦ ਵਿੱਚੋਂ ਜਿਹੜੇ ਮੈਂਬਰ ਸਾਹਿਬਾਨ ਆਏ, ਕਿਉਂਕਿ ਜੋ ਉਸ ਸਮੇਂ 15 ਅਕਤੂਬਰ 2015 ਦੀ ਮੈਂ ਗੱਲ ਕਰ ਰਿਹਾ, ਪਹਿਲੇ ਤੁਸੀਂ ਸੀਗੇ ਸਭ ਤੋਂ ਪਹਿਲਾਂ। ਤੇ ਉਸ ਸਮੇਂ ਜੋ ਹਾਲਾਤ ਸੀਗੇ ਉਹ ਤੁਹਾਡੇ ਸਾਰੇ ਮੀਡੀਆ ਦੇ ਸਾਹਮਣੇ ਸੀਗੇ। ਪਰ ਮੌਜੂਦਾ ਸਮੇਂ ਦੇ ਵਿੱਚ ਅੱਜ ਦੇਖੋ, ਜਿਹੜਾ ਕੌਮ ਦੇ ਨਾਲ ਸੰਗਤ ਦੀ ਆਵਾਜ਼ ਸਭ ਤੋਂ ਉੱਤਮ ਹੈ, ਸਭ ਤੋਂ ਉੱਚੀ ਹੈ। ਪਰ ਇਨਸਾਫ ਤਾਂ ਮਿਲ ਗਿਆ ਕਿ ਬਰਗਾੜੀ ਦਾ ਇਨਸਾਫ ਹੋ ਗਿਆ ਜੋ ਤੁਸੀਂ ਪਾਰਟੀ 'ਚ ਵਾਪਸ ਆ ਗਏ ਹੋ। ਕਾਂਡ ਜਦੋਂ ਹੋਇਆ ਉਸ ਤੋਂ ਬਾਅਦ ਸੱਤਾਰੂੜ ਪਾਰਟੀ ਜਿਹੜੀ ਸੀਗੀ ਉਹਨੂੰ ਸੰਗਤ ਨੇ ਬਾਹਰ ਕਰਤਾ, ਤੇ ਜਿਹੜੇ ਮੌਜੂਦਾ ਤੁਹਾਡੇ ਅਸਤੀਫੇ ਦੀ ਗੱਲ ਖਤਮ ਹੋ ਗਈ। ਉਸ ਸਮੇਂ ਜਿਹੜੇ ਮੌਜੂਦਾ ਇਸ ਟਾਈਮ ਕੰਮ ਕਰ ਰਹੇ ਨੇ, ਜਿਹੜੇ ਮੌਜੂਦਾ ਸਰਕਾਰਾਂ ਚਲਾ ਰਹੇ ਨੇ, ਉਹਨਾਂ ਨੇ ਗੁਟਕਾ ਸਾਹਿਬ ਤੇ ਹੱਥ ਰੱਖ ਕੇ ਸਹੁੰਆਂ ਖਾਧੀਆਂ। ਸਾਡੇ ਮੌਜੂਦਾ ਸਾਬਕਾ ਪ੍ਰਧਾਨ ਸਰਦਾਰ ਪਰਮਜੀਤ ਸਿੰਘ ਜੀ ਸਰਨਾ ਜੀ, ਜਿਹੜੇ ਪਰਸਨਲ ਸਲਾਹਕਾਰ ਨੇ ਕੈਪਟਨ ਅਮਰਿੰਦਰ ਸਿੰਘ ਸੀਐਮ ਪੰਜਾਬ ਦੇ, ਕਿਉਂ ਨਹੀਂ ਉਹ ਕੇਸ ਚਲਾਏ ਗਏ? ਕਿਉਂ ਨਹੀਂ ਐਸਆਈਟੀ ਕਾਇਮ ਕੀਤੀ ਗਈ? ਕਿਉਂ ਨਹੀਂ ਉਹ ਕਾਰੇ ਸਾਰੇ ਕੀਤੇ ਗਏ ਜਿਨ੍ਹਾਂ ਦੀ ਜ਼ਰੂਰਤ ਸੀ ਇਮੀਡੀਏਟ? ਜਿਹੜੇ ਅੱਜ ਵੀ ਸਿੰਘ ਸਰਨਾ ਦਾ ਉਹਦੇ ਵਿੱਚ ਕਿੱਥੋਂ ਰੋਲ ਆ ਗਿਆ? ਨਾ ਉਹ ਪੰਜਾਬ ਸਰਕਾਰ 'ਚ ਨੇ, ਨਾ ਉਹ ਮੌਜੂਦਾ ਦਿੱਲੀ ਕਮੇਟੀ ਦੇ ਵਿੱਚ ਨੇ। ਉਹਨਾਂ ਦੇ ਅੱਛੇ ਰਿਲੇਸ਼ਨ ਹੋ ਸਕਦੇ ਕੈਪਟਨ ਅਮਰਿੰਦਰ ਸਿੰਘ ਦੇ ਨਾਲ। ਕੈਪਟਨ ਅਮਰਿੰਦਰ ਸਿੰਘ ਦੇ ਪਰਸਨਲ ਸਲਾਹਕਾਰ ਨੇ। ਆਪ ਜੀ ਦੇਖੋ ਉਹਨਾਂ ਦੀ ਚਿੱਠੀ, ਉਹਨਾਂ ਨੇ ਆਪਣੇ ਪੋਸਟਾਂ ਦੇ ਉੱਤੇ ਲਿਖਿਆ ਕਿ ਪਰਸਨਲ ਸਲਾਹਕਾਰ ਹਾਂ ਮੈਂ ਸੀਐਮ ਦੇ। ਪਰਸਨਲ ਔਰ ਅਫੀਸ਼ੀਅਲ 'ਚ ਫਰਕ ਹੁੰਦਾ। ਉਹ ਗੱਲ ਤੁਸੀਂ ਕਹਿ ਸਕਦੇ ਹੋ, ਪਰ ਜਿਹੜਾ ਮਨਜਿੰਦਰ ਸਿੰਘ ਸਿਰਸਾ ਸੀਗੇ ਉਹ ਸੁਖਬੀਰ ਸਿੰਘ ਬਾਦਲ ਦੇ ਆਫੀਸ਼ੀਅਲੀ ਸਲਾਹਕਾਰ ਸੀਗੇ, ਪੋਲੀਟੀਕਲ ਐਡਵਾਈਜ਼ਰ ਸੀਗੇ, ਪਰ ਉਸ ਤਰੀਕੇ ਦਾ ਸ਼ਾਇਦ ਪਰਮਜੀਤ ਸਿੰਘ ਸਰਨਾ ਹੈ ਨਹੀਂ। ਦੀ ਚਿੱਠੀ ਹੈ ਜਾਂ ਉਹ ਤੁਸੀਂ ਉਹਨੂੰ ਮੀਡੀਆ ਚੰਗੀ ਤਰ੍ਹਾਂ ਚੈੱਕ ਕਰ ਲੇਗੀ ਕਿ ਉਹ ਪਰਸਨਲ ਐਡਵਾਈਜ਼ਰ ਸਨ ਜਾਂ ਪੋਲੀਟੀਕਲ ਐਡਵਾਈਜ਼ਰ ਸਨ, ਉਹ ਤੁਸੀਂ ਚੈੱਕ ਕਰ ਸਕਦੇ ਹੋ। ਜੋ ਉਸ ਸਮੇਂ ਦੇ ਹਾਲਾਤ ਸਨ, ਸੰਗਤ ਨੂੰ ਬਾਹਰ ਕਰਤਾ। ਅੱਜ ਸੰਗਤ ਦੀ ਆਵਾਜ਼ ਪਿਛਲੇ ਸਮੇਂ ਤੋਂ ਤੁਸੀਂ ਦੇਖ ਰਹੇ ਹੋ, 2 ਸਾਲਾਂ ਦੇ ਦੌਰਾਨ, 2 ਸਾਲ ਅਗਰ ਲੰਬਾ ਵਕਫਾ ਹੈ, 1 ਸਾਲ ਤੋਂ ਮਾਰਚ 2020 ਤੋਂ ਕੋਵਿਡ ਦਾ ਜਿਹੜਾ ਸਿਸਟਮ, ਕੋਵਿਡ ਦਾ ਜਿਹੜਾ ਮਹਾਮਾਰੀ ਇੰਡੀਆ ਦੇ ਵਿੱਚ, ਵੈਸੇ ਜਨਵਰੀ ਤੋਂ ਸਟਾਰਟ ਕਈ ਕੰਟਰੀਆਂ 'ਚ ਹੋ ਚੁੱਕੀ ਸੀ, ਦਸੰਬਰ, ਜਨਵਰੀ, ਫਰਵਰੀ, ਪਰ ਇੰਡੀਆ ਦੇ ਵਿੱਚ ਪੂਰੀ ਤਰ੍ਹਾਂ ਲੋਕਡਾਊਨ ਜਿਹੜਾ ਉਹ 22 ਮਾਰਚ ਤੋਂ ਲੱਗਿਆ ਸੀਗਾ। 22 ਮਾਰਚ ਤੋਂ ਜਦੋਂ ਤੋਂ ਲੱਗਿਆ, ਉਸ ਤੋਂ ਬਾਅਦ ਤੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਹਿਦ ਐਸੀ ਸੰਸਥਾ ਹੈ ਜਿੱਥੇ ਸਾਰੇ ਗੁਰਦੁਆਰਾ ਸਾਹਿਬਾਨ ਆਪੋ ਆਪਣੀ ਸੇਵਾ ਨਿਭਾਉਂਦੇ ਰਹੇ। ਮੰਦਿਰ ਬੰਦ ਹੋ ਗਏ, ਮਸਜਿਦ ਬੰਦ ਹੋ ਗਏ, ਗਿਰਜਾ ਘਰ ਬੰਦ ਹੋ ਗਏ, ਪਰ ਇੱਕ ਗੁਰੂ ਦਾ ਦੁਆਰਾ ਸੀਗਾ ਜਿਹੜਾ ਉਹ ਖੁੱਲ੍ਹਾ ਰਿਹਾ। ਔਰ ਲਗਾਤਾਰ ਨਿਰੰਤਰ ਹਰ ਉਸ ਇਨਸਾਨ ਜਿਹੜਾ ਜ਼ਰੂਰਤਮੰਦ ਸੀ, ਚਾਹੇ ਉਹ ਪੇਟ ਪੱਖੋਂ ਜ਼ਰੂਰਤਮੰਦ ਸੀ, ਚਾਹੇ ਉਹ ਦਵਾਈ ਪੱਖੋਂ ਜ਼ਰੂਰਤਮੰਦ ਸੀ, ਉਸ ਤੱਕ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਹ ਸੇਵਾਵਾਂ ਚਾਹੀਆਂ। ਉਸ ਤੋਂ ਉਪਰੰਤ ਜਦੋਂ ਤੁਸੀਂ ਦੇਖਿਆ ਕਿਸਾਨੀ ਅੰਦੋਲਨ ਸ਼ੁਰੂ ਹੋਇਆ, ਅੰਦੋਲਨ ਦੇ ਵਿੱਚ ਉਸ ਪਹਿਲੇ ਦਿਨ ਤੋਂ ਲੈ ਕੇ ਅੱਜ ਤੱਕ ਨਿਰੰਤਰ ਸੇਵਾਵਾਂ ਕੌਣ ਕਰ ਰਿਹਾ? ਇਹ ਆਵਾਜ਼ ਸੰਗਤ ਦੀ ਹੈ।
ਜੋ ਮੈਨੂੰ ਵੀ ਹੁਕਮ ਹੋਇਆ ਉਹ ਸੰਗਤ ਦਾ, ਸੰਗਤ ਕੋ ਗੁਣ ਬਹੁਤ ਕਾਈ। ਗੁਰੂ ਸਾਹਿਬ ਦੇ ਬਾਣੀ 'ਚ ਫਰਮਾਨ ਹੈ ਕਿ ਸੰਗਤ ਦਾ ਦਰਜਾ ਜਿਹੜਾ ਉਹ ਸਭ ਤੋਂ ਉੱਚਾ ਹੈ। ਸੰਗਤ ਦਾ ਉਸ ਸਮੇਂ ਹੁਕਮ ਸੀਗਾ, ਮੈਂ ਰਿਜ਼ਾਈਨ ਕੀਤਾ। ਅੱਜ ਸੰਗਤ ਦਾ ਹੁਕਮ ਹੋਇਆ, ਉਸ ਸੰਗਤ ਦੇ ਵਿੱਚ ਉਸ ਹੁਕਮ ਦੇ ਅਨੁਸਾਰ ਮੈਂ ਵਾਪਸ ਆਇਆ। ਤੁਸੀਂ ਕਿਹਾ ਕਿ ਤੁਹਾਡੀ ਇਹ ਗੱਲ ਬਿਲਕੁਲ ਠੀਕ ਹੈ ਕਿ ਦਿੱਲੀ ਕਮੇਟੀ ਨੇ ਬੇਇੰਤਹਾ ਸੇਵਾਵਾਂ ਕੋਵਿਡ ਦੇ ਦੌਰਾਨ ਕੀਤੀਆਂ, ਕਿਸਾਨ ਅੰਦੋਲਨ ਦੇ ਦੌਰਾਨ ਕੀਤੀਆਂ, ਤੇ ਉਸ ਤੋਂ ਹੋ ਸਕਦਾ ਤੁਸੀਂ ਇੰਪ੍ਰੈਸ ਹੋ ਸਾਰ ਕੇ ਤੁਸੀਂ ਵਾਪਸ ਆ ਸਕਦੇ ਹੋ, ਤੁਹਾਨੂੰ ਕਿਹਾ ਹੋਵੇ। ਪਰ ਇਹ ਗੱਲ ਦੱਸੋ, ਦਿੱਲੀ ਕਮੇਟੀ ਤੋਂ ਵੱਡੀਆਂ ਸੇਵਾਵਾਂ ਕਿਸਾਨ ਅੰਦੋਲਨ ਦੇ ਵਿੱਚ ਐਸੀ ਜਥੇਬੰਦੀਆਂ ਨੇ ਕੀਤੀਆਂ, ਜਿਹੜੀ ਜਥੇਬੰਦੀਆਂ ਉਹਨੇ ਇਸ ਪ੍ਰੋਗਰਾਮ 'ਚ ਆਈਆਂ ਵੀ ਸੀਗੀ। ਪੂਰੀ ਵਾਲੇ ਸੰਤ ਸੀਗੇ, ਕਾਰ ਸੇਵਾ ਵਾਲਿਆਂ ਦੇ ਲੰਗਰ ਨੇ, ਵੱਡੇ ਵਿਸ਼ਾਲਕਾਈ ਲੰਗਰ ਚੱਲ ਰਹੇ ਨੇ, ਤੇ ਤੁਸੀਂ ਉਹਨਾਂ ਨੂੰ ਵੀ ਤਾਂ ਜੁਆਇਨ ਕਰ ਸਕਦੇ ਸੀਗੇ ਕਿ ਪੋਲੀਟੀਕਲ ਕਿਉਂ ਮੋਹ ਕਿਉਂ ਅਕਾਲੀ ਦਲ ਵੱਲ ਪੈ ਗਿਆ। ਦੱਸ ਦਿੰਦਾ ਵਾਂ ਕਿ 2002 ਤੋਂ ਮੈਂ ਮੈਂਬਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਚੁਣਿਆ ਗਿਆ ਵਾਂ। ਪਿਛਲੇ 19 ਸਾਲਾਂ ਤੋਂ ਮੈਂ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਨਾਲ ਜੁੜਿਆ ਹੋਇਆ। ਜਿੱਥੇ ਤੱਕ ਮਹਾਂਪੁਰਸ਼ਾਂ ਦੀ, ਸੇਵਕਾਂ ਦੀ ਅਤੇ ਸੰਤ ਮਹਾਂਪੁਰਸ਼ਾਂ ਦੀ ਗੱਲ ਹੈ, ਕਾਰ ਸੇਵਾ ਵਾਲਿਆਂ ਦੀ ਗੱਲ ਹੈ, ਉਹਨਾਂ ਨਾਲ ਜੁੜ ਸਕਦੇ ਸੀਗੇ। ਮੈਂ ਐਗਜ਼ਾਮਪਲ ਦਿੰਦਾ, ਤਰਨਜੀਤ ਸਿੰਘ ਨਾਗੀ ਨੇ ਗੀਤਾ ਕਲੋਨੀ ਦੇ ਮੈਂਬਰ ਰਹੇ ਨੇ, ਉਹਨਾਂ ਨੇ ਦਿੱਲੀ ਕਮੇਟੀ ਨਹੀਂ ਜੁਆਇਨ ਕੀਤੀ, ਉਹਨਾਂ ਨੇ ਬਾਬਾ ਕਾਰ ਸੇਵਾ ਵਾਲਿਆਂ ਨੂੰ ਜੁਆਇਨ ਕੀਤਾ, ਉਹਨਾਂ ਨਾਲ ਸੇਵਾ ਮੈਂ ਹਮੇਸ਼ਾ ਜਿੰਨੇ ਵੀ ਮਹਾਂਪੁਰਖ ਹੋਏ ਨੇ ਉਹਨਾਂ ਨਾਲ ਸੇਵਾ ਦੇ ਵਿੱਚ ਹਮੇਸ਼ਾ, ਤੁਸੀਂ ਆਪਣੀਆਂ ਵੀਡੀਓ ਆਪ ਦੇਖ ਲਓ, ਜਿਹੜੀਆਂ ਵੀ ਮੇਰੀਆਂ ਬਾਈਟਸ ਨੇ ਉਹਦੇ 'ਚ ਦੇਖ ਲਓ, ਮੈਂ ਹਮੇਸ਼ਾ ਜੁੜਿਆ ਰਿਹਾ ਵਾਂ। ਪਰ ਮੈਨੇਜਮੈਂਟ ਕਮੇਟੀ ਦੇ ਤੌਰ ਤੇ ਮੈਂ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦਾ ਮੈਂਬਰ ਸਨ 2002 ਤੋਂ ਯੰਗੈਸਟ ਮੈਂਬਰ ਸੀਗਾ, ਉਹ ਜੁੜਿਆ ਹੋਇਆ, ਕਿਉਂਕਿ ਧਾਰਮਿਕ ਦੇ ਨਾਲ ਮੈਨੂੰ ਸੰਗਤ ਦੇ ਵਿੱਚ ਪੋਲੀਟੀਕਲ ਵੀ ਜਾਣਦਾ। ਇੰਦਰਜੀਤ ਸਿੰਘ ਮੋਂਟੀ ਬਹੁਤ ਵੱਡਾ ਨਾਮ ਹੈ, ਮੈਂ ਜਾਣਦਾ। ਤੁਹਾਡਾ ਨਾਮ ਇਕੱਲੇ ਦਿੱਲੀ ਦੇ ਵਿੱਚ ਨਹੀਂ, ਪੂਰੇ ਭਾਰਤ ਦੇ ਵਿੱਚ ਨੌਰਥ ਤੋਂ ਲੈ ਕੇ ਸਾਊਥ ਤੱਕ ਔਰ ਇੰਟਰਨੈਸ਼ਨਲ ਲੈਵਲ ਤੱਕ ਤੁਹਾਡਾ ਨਾਮ ਹੈਗਾ। ਇੰਦਰਜੀਤ ਸਿੰਘ ਮੋਂਟੀ ਇੱਕ ਵੱਡਾ ਚਿਹਰਾ ਹੈਗਾ। ਇਸੇ ਕਰਕੇ ਜੇ ਵੱਡਾ ਚਿਹਰਾ ਹੈ ਤਾਂ ਹੀ ਉਹ ਵੱਡੀ ਜ਼ਿੰਮੇਵਾਰੀ ਹੈ, ਤਾਂ ਹੀ ਉਹ ਵੱਡਾ ਸਵਾਲ ਹੈਗਾ ਕਿ ਕਿਉਂ ਨਾ ਇੰਦਰਜੀਤ ਸਿੰਘ ਮੋਂਟੀ ਨੂੰ ਮੌਕਾ ਪ੍ਰਸਤ ਕਿਹਾ ਜਾਵੇ। ਪਹਿਲੇ ਉਹ ਸਰਨਾ ਦਲ ਦੇ ਵਿੱਚ ਸੀਗਾ, ਫਿਰ ਉਹ ਅਕਾਲੀ ਦਲ 'ਚ ਆਇਆ, ਕਹਿ ਕੇ ਇਸਤੀਫਾ ਦੇ ਦਿੱਤਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਤਿਕਾਰ ਵਜੋਂ, ਕਿ ਇੱਕ ਵੀ ਸਤਿਕਾਰ ਨਹੀਂ ਹੋਇਆ, ਅਪਮਾਨ ਹੋਇਆ, ਇਸਤੀਫਾ ਦੇ ਦਿੱਤਾ। ਬਾਅਦ 'ਚੋਂ ਪੰਥਕ ਸੇਵਾ ਦਲ ਦੇ ਮੌਜੂਦਾ ਪ੍ਰੈਜ਼ੀਡੈਂਟ ਤੁਸੀਂ ਹੋ, ਤੁਸੀਂ ਇਹ ਦੱਸੋ ਇਸਤੀਫਾ, ਚੇਅਰਮੈਨ ਤੁਸੀਂ ਹੋ, ਇਹ ਦੱਸੋ ਤੁਹਾਡਾ ਇਸਤੀਫਾ ਕਿੱਥੇ? ਅੱਜ ਤੱਕ ਤੁਸੀਂ ਇਸਤੀਫਾ ਦਿੱਤਾ ਹੈਗਾ ਕਦੀ? ਅੱਜ ਉਹ ਪਾਰਟੀ ਨੂੰ ਬਣਾਉਣ ਦੇ ਵਿੱਚ ਤੁਹਾਡਾ ਬੜਾ ਵੱਡਾ ਹੱਕ ਸੀਗਾ। ਜੋ ਇਲੈਕਸ਼ਨ ਪਤਾ ਨਹੀਂ ਲੜ ਰਹੀ ਹੈ ਕਿ ਨਹੀਂ ਲੜ ਰਹੀ, ਉਹ ਤਾਂ ਕਹਿੰਦੇ ਆਪਾਂ ਲੜ ਰਹੇ ਹਾਂ, ਫਿਰ ਤੁਸੀਂ ਜਿਹੜਾ ਹੈਗਾ ਫਿਰ ਮੌਕਾ ਲੱਭਦੇ ਹੋਏ ਸ਼੍ਰੋਮਣੀ ਅਕਾਲੀ ਦਲ 'ਚ ਆ ਗਏ। ਤੁਹਾਡੇ ਉਹ 2 ਸਾਲ ਪਹਿਲੇ ਦੀ ਉਹ ਮੈਂ ਆਪ ਆ ਕੇ ਤੁਹਾਡਾ ਇੰਟਰਵਿਊ ਕਰਦਾ ਰਿਹਾ, ਉਦੋਂ ਤੁਸੀਂ ਕਿਹਾ ਜੀ ਅਕਾਲੀ ਦਲ ਸਹੀ ਨਹੀਂ ਹੈ, ਸਟੈਂਡ ਨਹੀਂ ਹੈ। ਅੱਜ ਕਿਉਂ ਇੰਦਰਜੀਤ ਸਿੰਘ ਮੋਂਟੀ ਨੂੰ ਮੌਕਾ ਪ੍ਰਸਤ ਲੀਡਰ ਕਿਉਂ ਨਾ ਕਿਹਾ ਜਾਵੇ? ਤੁਸੀਂ ਮੇਰੇ ਨਾਲ ਸ਼ਾਇਦ ਉਹਨਾਂ ਸਾਰੇ ਪ੍ਰੋਗਰਾਮਾਂ 'ਚ, ਚਾਹੇ ਉਹ ਵਣਜਾਰਾ ਸਮਾਜ ਦਾ ਹੋਵੇ, ਚਾਹੇ ਸਿਗਲੀਗਰ ਸਮਾਜ ਦਾ ਹੋਵੇ, ਚਾਹੇ ਤੇਲੰਗਾਨਾ ਵਿੱਚ ਹੋਵੇ, ਤੇ ਚਾਹੇ ਦੇਸ਼ ਦੇ ਕਿਸੇ ਵੀ ਕੋਨੇ 'ਚ ਹੋਵੇ, ਕਈ ਜਗ੍ਹਾ ਤੇ ਤੁਸੀਂ ਮੇਰੇ ਨਾਲ ਗਏ, ਅਕਾਲ ਚੈਨਲ ਮੇਰੇ ਨਾਲ ਚੱਲਿਆ। ਕਈ ਜਗ੍ਹਾ ਤੇ ਤੁਸੀਂ ਗਏ ਹੋ, ਲੰਡਨ ਸਾਊਥ ਹਾਲ ਦੇ ਵਿੱਚ ਤੁਹਾਡੀ ਇੱਜ਼ਤ ਹੈ। ਹਰ ਜਗ੍ਹਾ ਤੇ ਅਸੀਂ ਨੈਸ਼ਨਲੀ ਇੰਟਰਨੈਸ਼ਨਲੀ ਇਹ ਗੱਲ ਗੁਰੂ ਪੰਥ ਤੇ ਗੁਰੂ ਗ੍ਰੰਥ ਦੀ ਕੀਤੀ ਹੈ, ਔਰ ਉਸ ਦੇ ਪਹਿਰੇਦਾਰ ਚੌਕੀਦਾਰ ਹਮੇਸ਼ਾ ਰਵਾਂਗੇ। ਇੰਦਰਜੀਤ ਸਿੰਘ ਮੋਂਟੀ ਨੂੰ ਮੌਕਾ ਪ੍ਰਸਤ ਤੁਸੀਂ ਕਹਿ ਰਹੇ ਹੋ, ਮੈਂ ਤੁਹਾਡੀ ਗੱਲ ਨੂੰ ਜ਼ੁਬਾਨ ਨੂੰ ਨਹੀਂ ਰੋਕ ਸਕਦਾ, ਪਰ ਮੈਂ ਨਹੀਂ ਕਹਿ ਰਿਹਾ, ਲੋਕ ਕਹਿ ਰਹੇ। ਮੈਂ ਸੰਗਤ ਦੇ ਹੁਕਮ ਨੂੰ ਸਰਪਰੇ ਮੰਨਦੇ ਹੋਏ ਅਗਰ ਇੰਦਰਜੀਤ ਸਿੰਘ ਮੋਂਟੀ ਦੀ ਗੱਲ ਕਰਦੇ ਹੋ ਤੇ ਬਹੁਤ ਸਾਰੇ ਐਸੇ ਨਾਮ ਨੇ ਜੇ ਮੈਂ ਆਪ ਲਵਾਂ ਤੇ ਉਹਦੇ ਨਾਲ ਵਿਵਾਦ ਖੜਾ ਹੋ ਜਾਏਗਾ। ਤੁਸੀਂ ਜਾਣਦੇ ਹੋ, ਇੱਥੇ ਆਏ ਉੱਥੇ ਗਏ, ਇਹ ਗੱਲਾਂ ਵੀ ਕਹੀਆਂ, ਭਾਵੇਂ 100 ਪਾਰਟੀਆਂ ਬਦਲੀਆਂ ਪੈਣ, ਮੈਂ ਗੁਰੂ ਦੀ ਗੋਲਕ ਨੂੰ ਬਚਾਵਾਂਗਾ, ਪਰ ਕਿਹੜਾ ਬਚਾਉਂਦਾ ਕਿਹੜਾ ਨਹੀਂ ਬਚਾਉਂਦਾ ਤੁਸੀਂ ਜਾਣਦੇ ਹੋ। ਕੋਈ ਵੀ ਪਾਰਟੀ ਜਿਹੜੀ ਪੋਲੀਟੀਕਲ ਦੇ ਵਿੱਚ ਆ ਜਾਂਦੀ ਹੈ, ਧਾਰਮਿਕ ਔਰ ਪੋਲੀਟੀਕਲ ਵਿੱਚ ਬਹੁਤ ਫਰਕ ਹੈ। ਜਦੋਂ ਅਸੀਂ ਇਲੈਕਸ਼ਨ ਸਿਸਟਮ ਦੇ ਵਿੱਚ ਆਉਂਦੇ ਹਾਂ ਤੇ ਤੁਸੀਂ ਪੋਲੀਟੀਕਲ ਸਿਸਟਮ ਦੇ ਵਿੱਚੋਂ, ਪਰ ਤੁਹਾਡਾ ਧਾਰਮਿਕ ਹੋਣਾ ਬਹੁਤ ਜ਼ਰੂਰੀ ਹੈ। ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ, ਮੋਂਟੀ ਜੀ ਸੁਣੋ ਮੇਰੀ ਗੱਲ ਨੂੰ ਪੂਰਾ ਹੋਣ ਦਿਓ, ਮੇਰੀ ਗੱਲ ਨੂੰ ਪੂਰਾ ਹੋਣ ਦਿਓ। ਜਦੋਂ ਅਸੀਂ ਇਸ ਸਿਸਟਮ ਦੇ ਵਿੱਚ ਜਾਂਦੇ ਹਾਂ, ਪਾਰਟੀ ਬੁਰੀ ਜਾਂ ਚੰਗੀ ਵਾਲੀ ਗੱਲ ਨਹੀਂ, ਗੱਲ ਵਿਰੋਧ ਉਸ ਗੱਲ ਦਾ ਹੁੰਦਾ ਹੈ ਜਿਹੜਾ ਪੰਥ ਤੋਂ ਵਿਰੋਧੀ ਕਾਰਜ ਹੋਵੇ। ਪੰਥ ਵਿਰੋਧੀ ਕਾਰਜਾਂ ਵਾਸਤੇ ਜਿਸ ਨੇ ਵੀ ਕੋਈ ਅਗਰ ਗੱਲ ਕੀਤੀ, ਉਹਦਾ ਹਮੇਸ਼ਾ ਡਟ ਕੇ ਵਿਰੋਧ ਹਰ ਸਮੇਂ ਕੀਤਾ। ਮੈਂ ਪੰਥ ਦੀ ਗੱਲ ਕਰਾਂਗਾ, ਮਾਇਆ ਆਏਗੀ ਜਾਏਗੀ, ਪ੍ਰਬੰਧਕ ਆਣਗੇ ਜਾਣਗੇ, ਇਹ ਕੋਈ ਬਹੁਤੀ ਵੱਡੀ ਗੱਲ ਨਹੀਂ। ਗੁਰਬਾਣੀ ਕਹਿੰਦੇ ਜਿਤ ਆਸਨ ਤੁਮ ਬੈਠੇ ਕਿਤੇ ਬੈਸ ਗਿਆ, ਇਸ ਆਸਨ ਤੇ ਕਿੰਨੇ ਆਏ ਕਿੰਨੇ ਚਲੇ ਗਏ, ਸਾਡੇ ਵਰਗੇ ਕਈ ਚਲੇ ਜਾਣਗੇ, ਕਈ ਆਣਗੇ। ਇਹਨੂੰ ਤੁਸੀਂ ਮੌਕਾ ਪ੍ਰਸਤੀ ਨਹੀਂ ਕਹੋਗੇ। ਕਈ ਐਸੀਆਂ ਪਾਰਟੀਆਂ ਨੇ ਜਿਹੜੀਆਂ ਅੱਜ ਇੱਥੋਂ ਉਹ ਮੈਂਬਰ ਗੰਦੇ ਸੀਗੇ ਜਿਨ੍ਹਾਂ ਨੂੰ ਉਹ ਕਹਿੰਦੇ ਸੀਗੇ, ਪਰ ਉਹ ਸੀਗੇ ਨਹੀਂ ਗੰਦੇ। ਦੂਸਰੀ ਆਪਣੀ ਪਾਰਟੀ ਜਦੋਂ ਲੈ ਜਾਂਦੇ ਨੇ ਤੇ ਉਹ ਕਹਿੰਦੇ ਨੇ ਜੀ ਹੁਣ ਪਾਕ ਪਵਿੱਤਰ ਨੇ। ਇਸ ਗੱਲ ਦਾ ਸਵਾਲ ਨਿੱਜੀ ਵੀ ਹੈ ਤੇ ਤੁਸੀਂ ਕਹਿ ਸਕਦੇ ਹੋ ਕਿ ਲੋਕਾਂ ਦੇ ਵਿੱਚ ਇੱਕ ਬੜੀ ਹੈਰਾਨੀ ਹੋਈ
ਲੋਕੀ ਪਤਾ ਕੀ ਗੱਲ ਕਰ ਰਹੇ ਸੀਗੇ ਕਿ ਸ਼ਾਇਦ ਇੰਦਰਜੀਤ ਸਿੰਘ ਮੋਂਟੀ ਪੰਥਕ ਸੇਵਾ ਦਲ ਤੋਂ ਇਹ ਲੋਕੀ ਕਿਆਸ ਲਗਾ ਚੁੱਕੇ ਸੀਗੇ ਕਿ ਇਲੈਕਸ਼ਨ ਨਹੀਂ ਲੜੇਗਾ। ਉਹਨਾਂ ਨੇ ਕਿਹਾ ਸੀਗਾ ਕਿ ਇੰਦਰਜੀਤ ਸਿੰਘ ਮੋਂਟੀ ਨੂੰ ਸਰਨਾ ਸਾਹਿਬ ਨੇ ਵੀ ਕਹਿ ਦਿੱਤਾ ਕਿ ਤੁਸੀਂ ਟਿਕਟ ਲੈ ਲਓ, ਠੀਕ ਹੈ, ਭਾਵੇਂ ਇਲਾਕਾ ਦੂਜਾ ਸੀਗਾ ਤੇ ਆਪਾਂ ਅੰਡਰਸਟੂਡ ਮੰਨ ਸਕਦੇ ਜਦ ਤੁਹਾਡੇ ਇਲਾਕੇ ਤੋਂ ਟਿਕਟ ਨਹੀਂ ਦਿੱਤੀ ਗਈ ਤਾਂ ਉਹ ਇੱਕ ਸਿਰਫ ਇੱਕ ਵਾਅਦਾ ਹੀ ਰਹਿ ਸਕਦਾ। ਖੈਰ ਆਪਾਂ ਅੱਗੇ ਅਗਲੀ ਗੱਲ ਕਰਦੇ ਹਾਂ। ਚਲੋ ਉਹਨਾਂ ਨੇ ਤੁਹਾਨੂੰ ਚਲੋ ਤੁਸੀਂ ਉਹਨਾਂ ਲੋਕਾਂ ਨੇ ਕਿਆਸ ਲਗਾਏ ਕਿ ਸ਼ਾਇਦ ਸਰਨਾ ਤੜੇ ਜਾ ਰਿਹਾ ਮੋਂਟੀ, ਪਰ ਇੱਕ ਗੱਲ ਇੱਥੇ ਵਿੱਚ ਹੋਰ ਨਿਕਲ ਕੇ ਆਈ ਕਿ ਵੀ ਇੰਦਰਜੀਤ ਸਿੰਘ ਮੋਂਟੀ ਅਕਾਲੀ ਦਲ ਨਹੀਂ ਜਾਂਦਾ। ਉਹ ਹੋ ਸਕਦਾ ਮਨਜੀਤ ਸਿੰਘ ਜੀਕੇ ਨਾਲ ਬੜੀ ਨੇੜਤਾ ਹੈ ਇੰਦਰਜੀਤ ਸਿੰਘ ਮੋਂਟੀ ਦੀ, ਮਨਜੀਤ ਸਿੰਘ ਜੀਕੇ ਦੇ ਨਾਲ ਹੋ ਸਕਦਾ ਇੰਦਰਜੀਤ ਸਿੰਘ ਮੋਂਟੀ ਜਾਗੋ ਪਾਰਟੀ ਚਲਾ ਜਾਵੇ, ਕਿਉਂਕਿ ਮੈਨੂੰ ਯਾਦ ਹੈ 1.5-2-3 ਸਾਲ ਪਹਿਲੇ ਜਦੋਂ ਕਾਬੁਲ ਦੇ ਵਿੱਚ ਅਟੈਕ ਹੋਇਆ ਸੀਗਾ ਜੂਨ ਦੇ ਮਹੀਨੇ ਦੇ ਵਿੱਚ, ਬੜੇ ਲੋਕ ਜੁਲਾਈ ਦੇ ਵਿੱਚ 1 ਜੁਲਾਈ ਨੂੰ ਦੂਸਰਾ ਅਟੈਕ ਜਿਹੜਾ ਸੀ ਉਹ 25 ਮਾਰਚ 2020 ਨੂੰ ਹੋਇਆ ਸੀਗਾ। ਹਾਂਜੀ ਤੇ ਉਦੋਂ ਤੁਸੀਂ ਮਨਜੀਤ ਸਿੰਘ ਜੀਕੇ ਜਿਹੜੇ ਮੌਜੂਦਾ ਪ੍ਰਧਾਨ ਸੀ ਦਿੱਲੀ ਕਮੇਟੀ ਦੇ, ਬਿਨਾਂ ਤੁਸੀਂ ਉਹਦੇ ਦੀ ਪਰਵਾਹ ਕੀਤੇ, ਬਿਨਾਂ ਤੁਸੀਂ ਇਸ ਗੱਲ ਦਾ ਪਰਵਾਹ ਕੀਤੇ ਕਿ ਮੈਂ 2 ਸਾਲ ਪਹਿਲੇ ਤੁਹਾਨੂੰ ਛੱਡ ਕੇ ਆਇਆ, ਤੁਸੀਂ ਮੌਕੇ ਦਾ ਇਲੈਕਟਡ ਪ੍ਰਧਾਨ ਵਜੋਂ ਉਹਦੇ ਕੋਲ ਗਏ ਸੀਗੇ। ਸੋ ਕਈ ਚੀਜ਼ਾਂ ਸੀ ਜਿਹਦੇ ਨਾਲ ਕਿਆਸ ਲੱਗ ਰਹੇ ਸੀਗੇ ਕਿ ਸ਼ਾਇਦ ਜਾਂ ਤੇ ਮੋਂਟੀ ਸਰਨਾ ਦੇ ਵਿੱਚ ਜਾਏਗਾ ਜਾਂ ਮਨਜੀਤ ਸਿੰਘ ਜੀਕੇ ਨੂੰ ਜੁਆਇਨ ਕਰ ਸਕਦਾ। ਅਕਾਲੀ ਦਲ ਦਾ ਕੋਈ ਨਾਂ ਨਹੀਂ ਸੀ ਲੈ ਰਿਹਾ, ਅਚਾਨਕ ਤੋਂ ਅਕਾਲੀ ਦਲ ਬਾਹਰ ਨਿਕਲ ਕੇ ਕਿੱਦਾਂ ਆ ਗਿਆ, ਸਸਪੈਂਸ ਕਿੱਦਾਂ ਆ ਗਿਆ? ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਸੰਸਥਾ ਹੈ। ਜਦੋਂ ਉੱਥੇ ਕੋਈ ਵੀ ਪ੍ਰਬੰਧਕ ਚੁਣੇ ਜਾਂਦੇ ਨੇ, ਉਹ ਇਹ ਨਹੀਂ ਕਿ ਕਿਸੇ ਪਾਰਟੀ, ਉਹ ਸਾਰਿਆਂ ਵਾਸਤੇ ਹੁੰਦੇ ਨੇ, ਜਿੰਨੇ ਵੋਟ ਪਾਈ ਉਹਨਾਂ ਵਾਸਤੇ ਵੀ, ਜਿੰਨੇ ਵੋਟ ਨਹੀਂ ਪਾਈ ਉਹਨਾਂ ਵਾਸਤੇ ਵੀ। ਧਰਮ ਪ੍ਰਚਾਰ ਕਮੇਟੀ ਦੀ ਜਿਹੜੀ ਮੁੱਖ ਸੇਵਾ ਦਾਸ ਨੂੰ ਇਸ ਸਮੇਂ ਮੌਕੇ ਤੇ ਕੋ ਚੇਅਰਮੈਨ ਦੀ ਦਿੱਤੀ ਗਈ, ਸਰਦਾਰ ਦਲਬੀਰ ਸਿੰਘ ਬੀਰਾ ਜੀ ਨੂੰ ਮੌਕੇ ਤੇ ਦਿੱਤੀ ਗਈ ਹੈ। ਮੌਕੇ ਦਾ ਮਤਲਬ ਧਰਮ ਪ੍ਰਚਾਰ ਕਮੇਟੀ ਦੇ ਕੋ ਚੇਅਰਮੈਨ ਵਜੋਂ ਸਰਦਾਰ ਦਲਬੀਰ ਸਿੰਘ ਬੀਰਾ ਜੀ ਨੂੰ ਕਨਵੀਨਰ ਵਜੋਂ। ਗੱਲ ਹੈ, ਮੈਨੂੰ ਖੁਸ਼ੀ ਹੈ, ਸਾਨੂੰ ਖੁਸ਼ੀ ਹੈ ਕਿ ਤੁਹਾਡੇ ਵਰਗੇ ਧਰਮ ਪ੍ਰਚਾਰ ਸ਼ੁਰੂ ਹੋਣੇ ਚਾਹੀਦੇ ਨੇ। ਮੈਨੂੰ ਖੁਸ਼ੀ ਹੈ ਤੁਹਾਡੇ ਵਰਗੇ ਲੋਕ ਧਰਮ ਪ੍ਰਚਾਰ 'ਚ ਹੋਣੇ ਚਾਹੀਦੇ ਸੀ ਹੈਗੇ ਆ, ਔਰ ਪਹਿਲੇ ਤੋਂ ਵੀ ਹੋਣੇ ਚਾਹੀਦੇ ਸੀਗੇ। ਤੁਹਾਡੀ ਜਗ੍ਹਾ ਹੈਗੀ ਆ, ਉਹ ਤੁਸੀਂ ਧਰਮ ਪ੍ਰਚਾਰ 'ਚ ਅੱਗੇ ਰਹੇ ਹੋ, ਪਰ ਇਹਨਾਂ ਸਮਿਆਂ ਦੇ ਵਿੱਚ ਇਲੈਕਸ਼ਨਾਂ ਦੇ ਸਮੇਂ ਦੇ ਵਿੱਚ ਇਹੋ ਜਿਹੀਆਂ ਉਪਾਧੀਆਂ ਦੇਣੀਆਂ ਸਿਰਫ ਔਰ ਇੱਧਰ ਨਹੀਂ, ਉਹ ਸਾਰੇ ਪਾਸੇ ਹੈ। ਇਲੈਕਸ਼ਨ ਦੇ ਸਮੇਂ ਦੀ ਗੱਲ ਨਹੀਂ ਹੈ। ਤੁਸੀਂ ਹੁਣੀ ਆਪ ਗੱਲ ਕੀਤੀ ਹੈ ਕਿ ਮੌਜੂਦਾ ਪ੍ਰਧਾਨ ਸਨ ਸਰਦਾਰ ਮਨਜੀਤ ਸਿੰਘ ਜੀਕੇ, ਔਰ ਕਾਬਲ ਦੇ ਜਦੋਂ ਅਟੈਕ ਹੋਇਆ ਉਸ ਟਾਈਮ ਮੈਂ ਆਪਣੀ ਪੋਸਟਾਂ ਦਾ ਔਰ ਕਿਸੇ ਪਾਰਟੀ ਦੀ ਪਰਵਾਹ ਕੀਤੇ ਬਗੈਰ ਉਹ ਜਿਹੜਾ ਸੰਗਤ ਦਾ ਕੰਮ ਸੀ, ਜਿਹੜੇ ਉੱਥੇ ਰੁਲ ਰਹੇ ਸਨ, ਉਹਨਾਂ ਨੂੰ ਇੰਡੀਆ ਲਿਆਉਣ ਵਾਲਾ ਜਿਹੜਾ ਕੰਮ ਸੀਗਾ, ਉਹ ਮੌਜੂਦਾ ਕਮੇਟੀ ਕੋਲੋਂ ਉਸ ਸਮੇਂ ਵੀ ਕਰਵਾਇਆ, ਜੁਲਾਈ ਦੇ ਅਟੈਕ ਵੇਲੇ ਵੀ, ਔਰ ਅੱਜ 2020 ਦੇ ਵਿੱਚ ਵੀ ਜਦੋਂ ਅਟੈਕ ਹੋਇਆ ਉਸ ਸਮੇਂ ਵੀ ਵਿਕਰਮਜੀਤ ਸਿੰਘ ਸਾਹਨੀ ਸਾਹਿਬ, ਸੂਰੀ ਸਾਹਿਬ, ਮਨਜਿੰਦਰ ਸਿੰਘ ਸਿਰਸਾ ਜੀ ਅਮਰੀਕਾ ਤੋਂ, ਉਹਨਾਂ ਸਾਰਿਆਂ ਦਾ ਉਹ ਕੰਮ ਜਿਹੜਾ ਕਿਤੇ ਵੀ ਕੋਈ ਬਾਂਹ ਨਹੀਂ ਸੀ ਫੜਦਾ, ਉਹ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਖਸ਼ਿਸ਼ ਦਾ ਸਦਕਾ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਬੰਧਕਾਂ ਨੇ ਫੜੀ। ਚਾਹੇ ਉਹ ਮੌਜੂਦਾ ਪ੍ਰਧਾਨ ਉਸ ਸਮੇਂ ਮਨਜੀਤ ਸਿੰਘ ਜੀਕੇ ਸਨ, ਅੱਜ ਮਨਜਿੰਦਰ ਸਿੰਘ। ਨੂੰ ਇਹ ਨਹੀਂ ਸਮਝ ਆ ਰਿਹਾ ਕਿ ਇੰਦਰਜੀਤ ਸਿੰਘ ਮੋਂਟੀ ਐਡਾ ਵੱਡਾ ਚਿਹਰਾ ਜਿਹਦੇ ਪਿੱਛੇ ਇੰਨੀ ਦੁਨੀਆ ਜੁੜਦੀ ਹੈ, ਜਿਹਨੂੰ ਲੋਕ ਜਾਣਦੇ ਆ, ਕੀ ਉਹਨੂੰ 2 ਮਹੀਨੇ ਵਾਸਤੇ ਚੇਅਰਮੈਨ ਹੀ ਐਕਸੈਪਟ ਕਰਨ ਵਾਸਤੇ ਕਿ ਜਾਂ ਤੇ ਅਕਾਲੀ ਦਲ ਆਪਣੀ ਛਵੀ ਸਾਫ਼ ਕਰ ਰਹੀ ਹੈ ਇੰਦਰਜੀਤ ਸਿੰਘ ਮੋਂਟੀ ਨੂੰ ਸਾਹਮਣੇ ਪ੍ਰੈਜ਼ੈਂਟ ਕਰਕੇ, ਜਾਂ ਇੰਦਰਜੀਤ ਸਿੰਘ ਮੋਂਟੀ ਕਿਉਂ 2 ਮਹੀਨੇ ਵਾਸਤੇ ਚੇਅਰਮੈਨ ਹੀ ਸੰਭਾਲਣਾ ਹੈ? ਤੁਹਾਡਾ ਸਵਾਲ ਬਿਲਕੁਲ ਵਾਜਿਬ ਹੈ, ਪਰ ਮੈਂ ਗੁਰਬਾਣੀ ਦੀ ਇੱਕ ਤੁਕ ਜ਼ਰੂਰ ਇੱਥੇ ਕਹਾਂਗਾ ਕਿ ਸਤਿਗੁਰ ਹੱਥ ਵਡਿਆਈਆਂ ਜਿਸ ਭਾਵੈ ਤਿਸ ਦੇ। ਇਹ ਵਡਿਆਈਆਂ ਉਸ ਮਾਲਕ ਦੀਆਂ ਨੇ, ਉਸ ਅਕਾਲ ਪੁਰਖ ਦੀਆਂ ਨੇ ਜਿਨੇ ਇੱਥੇ ਤੱਕ ਪਹੁੰਚਾਇਆ। ਔਰ ਜਿਹੜਾ ਗੱਲ ਹੈ ਸਾਧ ਸੰਗਤ ਦੀ, ਉਹ ਸਾਧ ਸੰਗਤ ਬਹੁਤ ਅੱਛੀ ਤਰ੍ਹਾਂ ਜਾਣਦੀ ਹੈ ਕਿ ਕਿਸ ਦਾ ਕਿੰਨਾ ਕਿਰਦਾਰ ਹੈ। ਉਸ ਕਿਰਦਾਰ ਦੇ ਮਾਲਿਕ ਆਉਣ ਵਾਲੇ 2 ਮਹੀਨਿਆਂ ਬਾਅਦ ਆਪ ਜੀ ਨੂੰ ਰਿਜ਼ਲਟ ਦੇ ਵਿੱਚ ਆਪੇ ਹੀ ਪਤਾ ਲੱਗ ਜਾਏਗਾ। ਉਹ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਦਾ ਸਦਕਾ, ਜੇ ਅਸੀਂ ਸੇਵਾ ਵਿੱਚ ਸੱਚੇ ਹੋਵਾਂਗੇ ਤੇ ਸੰਗਤ ਆਪ ਹੀ ਸਾਨੂੰ ਉਸ ਸੇਵਾ ਦੇ ਵਿੱਚ ਕੇਵਲ 2 ਮਹੀਨੇ ਵਾਸਤੇ ਨਹੀਂ, ਆਉਣ ਵਾਲੇ 4 ਸਾਲਾਂ ਵਾਸਤੇ ਚੁਣ ਕੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀ ਟੀਮ ਦੇ ਨਾਲ ਔਰ ਉਸ ਧਰਮ ਪ੍ਰਚਾਰ ਕਮੇਟੀ ਦੇ ਵਿੱਚ ਬਿਠਾ ਦੇਵੇਗੀ। ਉਹ ਗੁਰੂ ਸਾਹਿਬ ਦੀ ਬਖਸ਼ਿਸ਼ ਦਾ ਸਦਕਾ ਔਰ ਸੰਗਤ ਦੇ ਆਸ਼ੀਰਵਾਦ ਸਦਕਾ ਹੋ ਸਕਦਾ। ਹਸਪੀਟਲ ਦੇ ਵਾਪਸ ਆਉਂਦੇ ਆ। ਹਸਪੀਟਲ ਵਾਸਤੇ ਤੁਹਾਡੇ ਨਾਲ ਗੱਲ ਕਰਨੀ ਇਸ ਲਈ ਜ਼ਰੂਰੀ ਹੈ ਕਿਉਂਕਿ ਤੁਸੀਂ ਉਹ ਸ਼ਖਸ ਹੋ ਜੋ ਇਸ ਟਾਈਮ ਇੱਥੇ ਮੌਜੂਦ ਹੈ। ਬਾਕੀ ਕਿਤੇ ਨਾ ਕਿਤੇ ਅੱਗੇ ਪਿੱਛੇ ਨੇ, ਤੁਸੀਂ ਜਾਣਦੇ ਹੋ, ਸੰਗਤ ਵੀ ਜਾਣਦੀ ਹੈ, ਬੜੀ ਸਮਝਦਾਰ ਹੈ ਸੰਗਤ, ਕਿਉਂਕਿ ਐਸੇ ਕੈਮਰੇ ਔਰ ਐਸੇ ਮਾਈਕ ਤੇ ਔਰ ਐਸੇ ਥਾਂ ਤੋਂ ਮੈਂ ਤੁਹਾਡੇ ਨਾਲ ਜਿਹੜੇ ਚਿਹਰੇ ਹੋਏ ਜਿਹੜੇ ਸੀਗੇ ਉਹਨਾਂ ਦੇ ਇੰਟਰਵਿਊ ਕਰਕੇ ਦਿਖਾਏ ਨੇ, ਤੇ ਅੱਜ ਉਹ ਵੀ ਇੱਧਰ ਉੱਧਰ ਜਾ ਚੁੱਕੇ ਨੇ ਔਰ ਤੁਹਾਡੀ ਪਾਰਟੀ ਦੇ ਵਿੱਚ ਵੀ ਆ ਚੁੱਕੇ ਨੇ, ਕੁਝ ਵਿਦੇਸ਼ਾਂ 'ਚ ਵੀ ਜਾ ਚੁੱਕੇ ਨੇ। ਤੁਸੀਂ ਮੌਜੂਦ ਹੋ, ਇਸ ਕਰਕੇ ਤੁਹਾਡੇ ਨਾਲ ਮੇਰਾ ਬਣਦਾ ਹੈਗਾ ਸਵਾਲ, ਕਿਉਂਕਿ ਮੈਂ ਸਮਾਂ ਦਿੱਤਾ ਹੈ, ਮੈਂ ਲੋਕਾਂ ਦੇ ਨਾਲ ਮੈਂ ਆਪਣਾ ਟਾਈਮ ਗਾਲਿਆ ਹੈ, ਕੈਮਰਾ ਲੈ ਕੇ ਮੈਂ ਤੁਹਾਡੇ ਪਿੱਛੇ ਉਦੋਂ ਆਇਆ ਸੀ, ਤੁਸੀਂ ਕਿਹਾ ਸੀ ਅਸੀਂ ਧਰਨਾ ਕਰਨਾ, ਹਸਪੀਟਲ ਬਣਵਾਉਣਾ। ਅੱਜ ਇਹ ਹਸਪੀਟਲ ਬਣਾ ਹੈ। ਕਿੰਨਾ ਕੁ ਤੁਸੀਂ ਆਪਣੇ ਆਪ ਦੇ ਵਿੱਚ ਮਨ 'ਚ ਸੰਤੁਸ਼ਟੀ ਰੱਖਦੇ ਹੋ? ਕਿਉਂਕਿ ਅੱਜ ਤਕਰੀਬਨ 100% ਕੈਪੈਸਿਟੀ ਦੇ ਵਿੱਚ ਹੈ ਜੀ, ਉਹ 100% ਤੁਹਾਡਾ ਸੁਪਨਾ ਪੂਰਾ ਨਹੀਂ ਹੋਇਆ, ਮੈਂ ਨਹੀਂ ਮੰਨ ਸਕਦਾ, ਲੋਕ ਨਹੀਂ ਮੰਨ ਸਕਦੇ, ਜੋ ਵੀ ਹੈ, ਪਰ ਤੁਹਾਡੀ ਜਿਹੜੀ ਸੋਚ ਸੀਗੀ ਉਹ 100% ਪੂਰੀ ਨਹੀਂ ਹੋਈ, ਪਰ ਹਾਂ ਹੈ ਕਿ ਸ਼ੁਰੂਆਤ ਹੋਈ ਹੈ। ਆਪਣੇ ਆਪ ਨੂੰ ਕਿੰਨਾ ਕੁ % ਸੰਤੁਸ਼ਟ ਮੰਨਦੇ? ਦੇਖੋ, ਮੈਂ ਸਭ ਤੋਂ ਪਹਿਲਾਂ ਅਕਾਲ ਚੈਨਲ ਦਾ ਬਹੁਤ ਧੰਨਵਾਦ ਕਰਾਂਗਾ
ਕੇਵਲ ਇਸ ਥਾਂ ਤੇ ਨਹੀਂ, ਅਕਾਲ ਚੈਨਲ ਨੇ ਹਰ ਥਾਂ ਤੇ ਮੈਨੂੰ ਨਿਵਾਜਿਆ ਹੈ। ਮੇਰਾ ਉਹ ਇੰਟਰਵਿਊ ਸੰਗਤ ਤੱਕ ਪਹੁੰਚਾਇਆ, ਹਰ ਗੱਲ ਸੰਗਤ ਤੱਕ ਪਹੁੰਚਾਈ ਹੈ, ਜਿੱਥੇ ਜਿੱਥੇ ਮੈਂ ਆਵਾਜ਼ ਚੁੱਕੀ ਹੈ ਪੰਥ ਦੀ, ਗ੍ਰੰਥ ਦੀ ਔਰ ਸੰਗਤ ਦੀ। ਇਸੇ ਥਾਂ ਤੇ ਤੁਸੀਂ ਬਹੁਤ ਇੰਟਰਵਿਊ ਮੇਰੇ ਕੀਤੇ। ਤੁਸੀਂ ਠੀਕ ਕਿਹਾ ਕਿ ਕੁਝ ਲੋਕ ਮੇਰੇ ਸਾਥੀ ਜਿਹੜੇ ਵਿਦੇਸ਼ਾਂ ਵਿੱਚ ਵੀ ਚਲੇ ਗਏ ਨੇ, ਕੁਝ ਅੱਜ ਇਸ ਸਮਾਗਮ ਦੇ ਵਿੱਚ ਵੀ ਮੌਜੂਦ ਹੋਏ ਨੇ ਔਰ ਕੁਝ ਸ਼ਾਇਦ ਥੋੜੇ ਦੂਰ ਵੀ ਨੇ, ਹੋ ਸਕਦਾ ਕਿਸੇ ਹੋਰ ਪਾਰਟੀ ਦੇ ਨਾਲ ਵੀ ਹੋਣਗੇ। ਪਰ ਜਿਹੜਾ ਅੱਜ ਕੰਮ ਹੋਇਆ, ਮੈਂ ਕਹਿੰਦਾ ਸਮਥਿੰਗ ਇਜ਼ ਬੈਟਰ ਦੈਨ ਨਥਿੰਗ। ਬਹੁਤ ਕੁਝ ਤੋਂ ਥੋੜਾ ਹੋਣਾ ਬਹੁਤ ਜ਼ਰੂਰੀ ਹੈ। ਅੱਜ ਇੱਕ ਫੇਜ਼ ਦੀ ਸ਼ੁਰੂਆਤ ਹੋਈ ਹੈ, ਪੰਥ ਰਤਨ ਬਾਬਾ ਹਰਬੰਸ ਸਿੰਘ ਜੀ ਕਾਰ ਸੇਵਾ ਵਾਲਿਆਂ ਦੇ ਨਾਮ ਦਾ ਬਲਾਕ 100 ਬੈੱਡ ਦਾ ਉਹ ਡਾਇਲਿਸਿਸ ਔਰ ਕਿਡਨੀ ਸੈਂਟਰ, ਰਿਸਰਚ ਸੈਂਟਰ, ਜਿਸ ਦੀ ਬਹੁਤ ਜ਼ਰੂਰਤ ਸੀ। ਔਰ ਇਹ ਦੇਖੋ ਕਿ ਸਭ ਤੋਂ ਵੱਡੀ ਗੱਲ, ਕੋਈ ਬਿਲਿੰਗ ਕਾਊਂਟਰ ਨਹੀਂ ਹੈ, ਉਹ ਫ੍ਰੀ ਦੇ ਵਿੱਚ, ਕੋਈ ਬਿਲਿੰਗ ਕਾਊਂਟਰ ਨਹੀਂ, ਕੋਈ ਬਿਲਿੰਗ ਕਾਊਂਟਰ ਨਹੀਂ ਹੈ। ਜਿਹੜਾ CSR ਔਰ ਗਵਰਨਮੈਂਟ ਸਕੀਮਸ ਦੇ ਵਿੱਚੋਂ ਜਿਹੜੀ ਸੰਸਥਾਵਾਂ ਲੈ ਕੇ ਆਈਆਂ ਨੇ ਮਸ਼ੀਨਾਂ ਨੂੰ, ਉਹ ਆਪ ਉਹਦੇ ਵਿੱਚੋਂ ਉਹਨਾਂ ਲੋਕਾਂ ਤੋਂ ਉਹ ਜਿੱਧਰੋਂ ਮਰਜ਼ੀ ਉਹਨੂੰ ਕਰਨ ਔਰ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਕਰੇ, ਲੇਕਿਨ ਪੇਸ਼ੈਂਟ ਤੋਂ ਉਹਦਾ ਡਾਇਲਿਸਿਸ ਦਾ ਚਾਰਜ ਨਹੀਂ ਲਿਆ ਜਾਏਗਾ। ਠੀਕ ਹੈ। ਔਰ ਇਸ ਦੇ ਨਾਲ ਬਹੁਤ ਵੱਡੀ ਸੰਤੁਸ਼ਟੀ ਹੈ, ਕੇਵਲ ਮੇਰੇ ਮਨ ਨੂੰ ਨਹੀਂ, ਮੈਂ ਸਮਝਦਾ ਜਿੱਥੇ ਅੱਜ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਨਾਮ ਤੋਂ ਇਸ ਸੁਸ਼ੋਭਿਤ ਹਸਪੀਟਲ ਬਾਲਾ ਸਾਹਿਬ ਵਿਖੇ ਪਹਿਲੇ ਬਲਾਕ ਦੇ ਉਦਘਾਟਨ ਦੇ ਵਿੱਚ ਸੰਗਤਾਂ ਆਈਆਂ ਔਰ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵਸ ਰਹੀਆਂ ਸੰਗਤਾਂ ਲਾਈਵ ਟੈਲੀਕਾਸਟ ਰਾਹੀਂ ਤੁਹਾਡੇ ਅਕਾਲ ਚੈਨਲ ਤੋਂ, ਟਾਈਮ TV ਤੋਂ, ਚੜ੍ਹਦੀ ਕਲਾ ਤੋਂ, GSPS ਲਾਈਵ ਤੋਂ, ਅਕਾਲ ਸਾਹਿਤ ਚੈਨਲ ਤੋਂ, ਬਹੁਤ ਸਾਰੇ ਐਸੇ ਚੈਨਲ ਨੇ ਜਿਨ੍ਹਾਂ ਤੋਂ ਲਾਈਵ ਦੇਖਿਆ ਗਿਆ। ਉਹਨਾਂ ਸਾਰੀ ਸੰਗਤਾਂ ਦੇ ਮਨਾਂ ਦੇ ਵਿੱਚ ਅੱਜ ਠੰਡ ਪਈ ਹੈ ਕਿ ਅੱਜ ਇਹ ਪਹਿਲਾ ਬਲਾਕ ਸਟਾਰਟ ਹੋ ਗਿਆ। ਤੁਹਾਡੇ ਮਨ 'ਚ ਕਿੰਨੇ % ਠੰਡ ਪਈ ਹੈ? ਪਰਸੈਂਟ ਦੱਸ ਦਿਓ। ਪਰਸੈਂਟੇਜ ਅਗਰ ਅਸੀਂ ਕਹੀਏ ਕਿ ਬਲਾਕ ਦੀ ਹੈ 20% ਨੂੰ, ਤਾਂ ਅਸੀਂ ਇਸ ਚੀਜ਼ ਨੂੰ ਮੰਨ ਕੇ ਚੱਲ ਰਹੇ ਹਾਂ ਕਿ 20% ਦੀ ਅਚੀਵਮੈਂਟ ਅਸੀਂ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਔਰ ਸੰਗਤ ਨੇ ਕੀਤੀ ਹੈ। ਯਾਨੀ ਕਿ 550 ਦਾ ਬੈੱਡ ਸੀਗਾ, 100 ਬੈੱਡ ਲੱਗ ਗਏ। ਬਾਕੀ ਦੀ ਜਿਹੜੀ 80% ਹੈ ਉਹ ਵੀ ਆਸਤੇ ਆਸਤੇ ਕਰਕੇ ਇੱਕ ਸਾਲ ਅੰਦਰ ਜਿੰਨੀ ਅਚੀਵਮੈਂਟ ਸੈਕਿੰਡ ਬਲਾਕ ਦੀ ਹੋਏਗੀ ਉਹ ਤੁਹਾਡੇ ਸਾਹਮਣੇ ਆਏਗੀ ਔਰ ਸੰਗਤ ਨੂੰ ਉਹ ਸਮਰਪਿਤ ਕੀਤਾ ਜਾਏਗਾ। ਠੀਕ ਹੈ। ਕੁਝ ਦੇਰ ਬਾਅਦ ਅਸੀਂ ਉਹਨੇ ਗੱਲ ਕਰ ਰਹੇ ਹਾਂ, ਕੁਝ ਹੀ ਦੇਰ ਬਾਅਦ ਇੱਥੇ ਇੱਕ ਵਿਰੋਧ ਪ੍ਰਦਰਸ਼ਨ ਵੀ ਹੋਣ ਵਾਲਾ ਹੈਗਾ। ਤਰਵਿੰਦਰ ਸਿੰਘ ਮਾਰਵਾ ਨੇ 4 ਵਜੇ ਦਾ ਟਾਈਮ ਦਿੱਤਾ ਕਿ ਇੱਥੇ ਆ ਕੇ ਵਿਰੋਧ ਪ੍ਰਦਰਸ਼ਨ ਕਰਨਗੇ। ਤੁਸੀਂ ਇਸ ਬਾਰੇ ਕੀ ਕਹੋਗੇ? ਕਿਉਂਕਿ ਇੱਕ ਸਮੇਂ ਤੇ ਤੁਸੀਂ ਵੀ ਇਸੇ ਥਾਂ ਤੇ ਆ ਕੇ ਵਿਰੋਧ ਪ੍ਰਦਰਸ਼ਨ ਕੀਤਾ ਸੀਗਾ, ਤੇ ਕਿੰਨਾ ਕੁ ਜਾਇਜ਼ ਉਹਨੂੰ ਠਹਿਰਾਓਗੇ? ਕਿਉਂਕਿ ਜੇ ਨਾਜਾਇਜ਼ ਠਹਿਰਾਓਗੇ ਤਾਂ ਗੱਲ ਤੁਹਾਡੇ ਤੇ ਵੀ ਟੁਕੇਗੀ। ਤੁਹਾਨੂੰ ਕੀ ਲੱਗਦਾ ਕਿ ਇਸ ਨੂੰ ਸਿਆਸਤ ਵਜੋਂ ਦੇਖਿਆ ਜਾਣਾ ਚਾਹੀਦਾ ਜਾਂ ਵਾਕਈ ਜਿਹੜੇ ਉਹ ਫੈਕਟਸ ਦੇ ਰਹੇ ਨੇ ਕਿ 550 ਦਾ ਹਸਪੀਟਲ ਚਾਹੀਦਾ ਸੀਗਾ ਉਹ 100 ਦਾ ਕਿਉਂ ਹੋਇਆ? ਔਰ ਜਿਹੜੀ ਪਹਿਲੇ BL ਕਪੂਰ ਦੇ ਇਲਜ਼ਾਮ ਲੱਗਦੇ ਰਹੇ ਦੇਣ, ਅੱਜ ਵੀ ਕਹਿੰਦੇ ਕਿ ਇੱਕ NGO, ਉਹਨਾਂ ਨੇ ਕਿਹਾ ਕਿ ਇੱਕ NGO ਨੂੰ ਦਿੱਤਾ ਗਿਆ ਹੈਗਾ। ਤੁਸੀਂ ਇਹਨੂੰ ਕਿੰਨਾ ਕੁ ਜਾਇਜ਼ ਸਮਝਦੇ ਹੋ? ਇਹਨੂੰ ਕਿੱਦਾਂ ਦੇਖਦੇ ਹੋ ਇਸ ਵਿਰੋਧ? ਦੇਖੋ, ਜੇ ਵਿਰੋਧ ਮਤਲਬ ਪੋਜ਼ਿਟਿਵ ਗੱਲਾਂ ਨੂੰ ਲੈ ਕੇ ਹੋਵੇ ਤੇ ਵਿਰੋਧ ਕਰਨਾ ਜਾਇਜ਼ ਹੈ। ਇਹ ਜਮਹੂਰੀਅਤ ਹੈ। ਇੰਡੀਆ ਦੇ ਵਿੱਚ ਡੈਮੋਕ੍ਰੇਸੀ ਦੇ ਅੰਦਰ ਸਭ ਨੂੰ ਰਾਈਟ ਦਿੱਤਾ ਗਿਆ। ਅੱਜ ਕਿਸਾਨ ਅੰਦੋਲਨ ਵੀ ਵਿਰੋਧ ਦਾ ਇੱਕ ਹਿੱਸਾ ਹੈ। ਉਹ ਮੈਂ ਉਹਨੂੰ ਨਾਜਾਇਜ਼ ਨਹੀਂ ਕਹਿੰਦਾ, ਪਰ ਉਹਨਾਂ ਨੂੰ ਇਹ ਜ਼ਰੂਰ ਦੇਖਣਾ ਚਾਹੀਦਾ ਹੈ ਕਿ ਜਦੋਂ ਪੁਰਾਣੇ ਸਮੇਂ 'ਚ ਮਿਸਲਾਂ ਭਾਵੇਂ ਵੱਖਰੀਆਂ ਵੱਖਰੀਆਂ ਲੜਦੀਆਂ ਸਨ, ਪਰ ਜਦੋਂ ਕੋਈ ਬਾਹਰੋਂ ਹਮਲਾਵਰ ਹੋ ਕੇ ਆਂਦਾ ਸੀ ਤੇ ਉਹ ਸਾਰੀਆਂ ਮਿਸਲਾਂ ਇਕੱਠੀਆਂ ਹੋ ਜਾਂਦੀਆਂ ਸਨ। ਅੱਜ ਇਸ ਮੁੱਦੇ ਤੇ ਮੈਂ ਸਮਝਦਾ ਕਿ ਉਹਨਾਂ ਨੂੰ ਇਕੱਠੇ ਹੋਣ ਦੀ ਜ਼ਰੂਰਤ ਹੈ। ਕਰ ਲੈਣ ਵਿਰੋਧ, ਕੋਈ ਮਨਾਹੀ ਨਹੀਂ ਹੈ, ਪਰ ਵਿਰੋਧ ਉਸ ਚੀਜ਼ ਦਾ ਕਿ ਜਿਹੜਾ ਬਾਕੀ ਦਾ ਉਹ ਕਦੋਂ ਬਣਾਓਗੇ, ਇਹ ਵਿਰੋਧ ਹੋਵੇ। ਇਹ ਵਿਰੋਧ ਨਾ ਹੋਵੇ ਕਿ ਇਹ ਕਿਉਂ ਬਣਾਇਆ। ਅਗਰ 550 ਬੈੱਡ ਦਾ ਹਸਪੀਟਲ ਨਹੀਂ ਬਣਿਆ, ਪਿਛਲੇ 21 ਸਾਲਾਂ ਵਿੱਚ ਨਹੀਂ ਬਣਿਆ, 20 ਸਾਲਾਂ 'ਚ ਨਹੀਂ ਬਣਿਆ, ਜਿਹੜੇ ਵੀ ਮੌਜੂਦਾ ਪ੍ਰਧਾਨ ਆਏ ਉਹਨਾਂ ਕੋਲੋਂ ਨਹੀਂ ਬਣਿਆ, ਇਹ ਮਾੜੀ ਗੱਲ ਸੀ। ਇਹਨੂੰ ਅਸੀਂ ਭੰਡਦੇ ਰਹੇ ਹਾਂ। ਉਸ ਵਿਰੋਧ ਦੇ ਵਿੱਚ ਮੈਂ ਵੀ ਨਾਲ ਸੀਗਾ। ਅਗਰ ਇਹ ਨਹੀਂ ਬਣਦਾ ਤੇ ਉਸ ਵਿਰੋਧ ਦੇ ਵਿੱਚ ਮੈਂ ਵੀ ਨਾਲ ਖੜਾ ਹੁੰਦਾ, ਪਰ ਅੱਜ ਇਹ ਬਣ ਗਿਆ। ਇਹ ਉਸਾਰੂ ਸੋਚ ਨੂੰ ਲੈ ਕੇ ਅਸੀਂ ਚੱਲੀਏ, ਫਿਰ ਉਹ ਵਿਰੋਧ ਜਾਇਜ਼ ਨਹੀਂ ਹੈ। ਉਹ ਆਪਣੇ ਦਿਲਾਂ ਦੇ ਵਿੱਚ ਝਾਂਤ ਮਾਰ ਕੇ ਪੁੱਛ ਲੈਣ ਕਿ ਉਹ ਵਿਰੋਧ ਉਹਨਾਂ ਦਾ ਜਾਇਜ਼ ਹੈ ਜਾਂ ਨਾਜਾਇਜ਼ ਹੈ। ਜੋ ਸੰਗਤ ਨੂੰ ਅੱਜ ਖੁਸ਼ੀ ਮਿਲੀ ਹੈ, ਜੋ ਸੰਗਤ ਦੇ ਹਿਰਦਿਆਂ ਨੂੰ ਠੰਡ ਮਿਲੀ ਹੈ, ਤੇ ਉਸ ਦੇ ਵਿੱਚ ਵਿਰੋਧ ਜਾਂ ਕਾਲਕ ਪੋਤ ਕੇ ਉਹ ਆਪਣੇ ਆਪ ਨੂੰ ਅਗਰ ਵੱਡਾ ਕਰਨਾ ਚਾਹੁੰਦੇ ਨੇ ਰਾਜਨੀਤਿਕ ਤੌਰ ਤੇ ਉਹਨਾਂ ਨੂੰ ਗੁਰੂ ਸਾਹਿਬ ਨੇ ਉਹੀ ਸੇਵਾ ਬਖਸ਼ੀ ਹੈ। ਸਾਨੂੰ ਇਹ ਸੇਵਾ ਬਖਸ਼ੀ ਹੈ ਕਿ ਸੰਗਤ ਦੀ ਸੇਵਾ ਕਰਨੀ ਹੈ, ਸੰਗਤ ਦੇ ਜੋੜੇ ਝਾੜਨੇ ਨੇ, ਸੰਗਤ ਦੇ ਜਿਹੜੇ ਵੀ ਰੋਗੀ ਕਾ ਪ੍ਰਭ ਖੰਡੋ ਰੋਗ, ਦੁਖੀਏ ਕਾ ਮਿਟਾਵੋ ਪ੍ਰਭ ਸੋਗ, ਨਿਥਾਵੇ ਕੋ ਤੁਮ ਥਾਨ ਬਿਠਾਵੋ, ਦਾਸ ਆਪਣੇ ਕੋ ਭਗਤੀ ਲਾਵੋ। ਇਸ ਥਾਂ ਤੋਂ ਜਿਹੜਾ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਜੀ ਦਾ ਇਤਿਹਾਸਕ ਸਥਾਨ ਹੈ, ਮਾਤਾ ਜੀ ਦਾ ਇਤਿਹਾਸਕ ਸਥਾਨ ਹੈ, ਇੱਥੇ ਅੰਗੀਠੇ ਨੇ। ਉਸ ਸਥਾਨ ਦੇ ਉੱਤੇ ਜਿੱਥੋਂ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਜੀ ਨੇ ਜਮਨਾ ਦੇ ਕਿਨਾਰੇ ਰੋਗੀਆਂ ਦੇ ਰੋਗ ਦੂਰ ਕੀਤੇ,
ਉਹ ਰੋਗ ਜਿਹੜਾ ਚੇਚਕ ਦਾ ਦਿੱਲੀ ਦੇ ਵਿੱਚ ਮਹਾਮਾਰੀ ਦੇ ਰੂਪ ਵਿੱਚ ਫੈਲਿਆ ਸੀ, ਗੁਰੂ ਸਾਹਿਬ ਆਪ ਉਹਨਾਂ ਬਸਤੀਆਂ ਦੇ ਵਿੱਚ ਜਾ ਕੇ ਸੇਵਾ ਕਰਦੇ ਰਹੇ ਔਰ ਗੁਰੂ ਸਾਹਿਬ ਨੇ ਆਪ ਇੱਥੇ ਜਿਹੜਾ ਬੰਗਲਾ ਸਾਹਿਬ ਵਿੱਚ ਜਲ ਦਿੱਤਾ, ਚਬੁੱਚਾ ਦਿੱਤਾ। ਉਸ ਤੋਂ ਬਾਅਦ ਗੁਰੂ ਸਾਹਿਬ ਨੇ ਆਪ ਇੱਥੇ ਜੋਤੀ ਜੋਤ ਗੁਰੂ ਸਾਹਿਬ ਜੀ ਸਮਾਏ ਤੇ ਫਿਰ ਉਸ ਥਾਂ ਦੇ ਉੱਤੇ ਜਿੱਥੋਂ ਤਨ ਦਾ ਰੋਗ ਤੇ ਮਨ ਦਾ ਰੋਗ, ਸ਼ਬਦ ਰੂਪ ਜਿਹੜਾ ਹੈ ਗੁਰੂ ਦਾ ਸ਼ਬਦ ਮਨ ਦਾ ਰੋਗ ਦੂਰ ਕਰਦਾ ਹੈ, ਦਵਾ ਦਾਰੂ ਤਨ ਦਾ ਰੋਗ ਦੂਰ ਕਰੇਗੀ ਅਤੇ ਜਿਹੜਾ ਪੇਟ ਦਾ ਭੁੱਖ ਹੈ ਉਹ ਗੁਰੂ ਕਾ ਲੰਗਰ ਦੂਰ ਕਰੇਗਾ। ਇਸ ਕਰਕੇ ਜੜੀਆਂ ਜਾਇਜ਼ ਚੀਜ਼ਾਂ ਨੇ, ਉਹਨਾਂ ਦੇ ਵਿੱਚ ਬੁਰੇ ਨੂੰ ਬੁਰਾ ਕਹਿਣਾ ਕੋਈ ਬੁਰਾਈ ਨਹੀਂ, ਪਰ ਚੰਗੇ ਨੂੰ ਬੁਰਾ ਕਹਿਣਾ ਬਹੁਤ ਬੁਰਾਈ ਹੈ। ਗੁਰੂ ਸਾਹਿਬ ਨੇ ਉਹਨਾਂ ਨੂੰ ਇਹ ਵਿਰੋਧ ਦੀ ਔਰ ਇਹ ਸੇਵਾ ਬਖਸ਼ੀ ਹੈ ਕਿ ਬੁਰਾ ਭਲਾ ਕਹਿਣਾ, ਕਿਸੇ ਹੋਰ ਨੂੰ ਗਾਲਾਂ ਕੱਢਣੀਆਂ, ਤੇ ਕੋਈ ਗੱਲ ਨਹੀਂ, ਗੁਰੂ ਸਾਹਿਬ ਨੂੰ ਉਹਨਾਂ ਨੂੰ ਚੜ੍ਹਦੀ ਕਲਾ ਬਖਸ਼ੇ, ਉਹ ਇਹ ਵਿਰੋਧ ਕਰਦੇ ਰਹਿਣ। ਤੇ ਜਿਹੜੇ ਮੌਜੂਦਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਆਉਣ ਵਾਲੇ ਜਿਹੜੇ ਵੀ ਦਿੱਲੀ ਸਿੱਖ ਗੁਰਦੁਆਰਾ, ਅੱਗੇ ਇਲੈਕਸ਼ਨ ਆ ਰਹੀ ਹੈ, ਹੋ ਸਕਦਾ ਹੈ ਕੀ ਪਤਾ ਸੱਚੇ ਪਾਤਸ਼ਾਹ ਨੇ ਕਿਹਨੂੰ ਸੇਵਾ ਦੇਣੀ ਹੈ। ਜੇ ਇਹ ਹਸਪੀਟਲ ਦਾ ਅੱਜ ਵਿਰੋਧ ਕਰਦੇ ਨੇ, ਜੇ ਬਾਈ ਚਾਂਸ, ਵੈਸੇ ਕੋਈ ਚਾਂਸ ਨਹੀਂ ਹੈ, 0.0001% ਕਿਸੇ ਹੋਰ ਨੂੰ ਕੋਅਲੀਸ਼ਨ ਦੇ ਵਿੱਚ ਅਗਰ ਮੌਜੂਦਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਆਉਣ ਵਾਲੇ ਸਮੇਂ 'ਚ ਕਮੇਟੀ ਬਣਾਉਂਦੀ ਹੈ ਤੇ ਕੀ ਇਸ ਹਸਪੀਟਲ ਨੂੰ ਉਹ ਤਾਲਾ ਲਾ ਦੇਣਗੇ, ਕਿ ਇੱਥੇ ਨਹੀਂ ਆਣਗੇ, ਕਿ ਇੱਥੇ ਪੇਸ਼ੈਂਟਾਂ ਦਾ ਇਲਾਜ ਨਹੀਂ ਹੋਏਗਾ? ਇਸ ਗੱਲ ਦਾ ਜਵਾਬ ਆਪਣੇ ਸਵੈ ਪੜਚੋਲ ਕਰਕੇ ਉਹ ਲੈ ਲੈਣ, ਜਿਹੜੇ ਅੱਜ ਵਿਰੋਧ ਕਰਨ ਦੀ ਤੁਸੀਂ ਗੱਲ ਕੀਤੀ ਹੈ। ਮੈਨੂੰ ਨਹੀਂ ਪਤਾ ਕਿ ਉਹ ਵਿਰੋਧ ਕਰ ਰਹੇ ਹਨ। ਜੋ ਵਿਰੋਧ ਹੋਣਾ ਚਾਹੀਦਾ ਇੱਕ ਸੀਮਾ ਦੇ ਅੰਦਰ, ਇੱਕ ਮਰਿਆਦਾ ਦੇ ਅੰਦਰ ਹੋਣਾ ਚਾਹੀਦਾ, ਉਹ ਮਰਿਆਦਾ ਨੂੰ ਰਹਿ ਕੇ ਕਰਨਾ ਚਾਹੀਦਾ। ਹੋਰ ਵੀ ਕਈ ਸਵਾਲ ਨੇ ਪਰ ਉਹਦਾ ਜਵਾਬ ਤੁਹਾਡੀ ਜ਼ਿੰਮੇਵਾਰੀ ਨਹੀਂ ਬਣਦੀ। ਸੋ ਮੈਂ ਉਹ ਜਿੰਨੇ ਕੁ ਸਵਾਲ ਮੈਂ ਹਾਂਜੀ, ਮੇਰੀ ਜ਼ਿੰਮੇਵਾਰੀ ਬਣਦੀ ਜਾਂ ਨਹੀਂ ਬਣਦੀ, ਪਰ ਹਮੇਸ਼ਾ ਇੱਕ ਗੱਲ ਇੰਗਲਿਸ਼ ਦੇ ਵਿੱਚ ਬੜੀ ਅੱਛੀ ਕਹਾਵਤ ਹੈ, ਮੈਂ ਜ਼ਰੂਰ ਕਵਾਂਗਾ, ਕ੍ਰਿਕਟ ਇਜ਼ ਕ੍ਰਿਟਿਸਿਜ਼ਮ ਇਜ਼ ਅ ਹੈਲਥੀ ਕ੍ਰਿਟਿਸਿਜ਼ਮ ਇਜ਼ ਅ ਗੁੱਡ ਵਿਸ਼ਿਸ। ਹਮੇਸ਼ਾ ਜਿਹੜਾ ਕ੍ਰਿਟਿਕ ਹੁੰਦਾ ਹੈ ਉਹ ਹਮੇਸ਼ਾ ਤੁਹਾਨੂੰ ਬਹੁਤ ਕੁਝ ਸਿਖਾ ਕੇ ਜਾਂਦਾ ਹੈ ਔਰ ਕ੍ਰਿਟਿਕ ਆਲਵੇਜ਼ ਵੈਲਕਮ ਕਰਨਾ ਚਾਹੀਦਾ। ਜੇ ਅਸੀਂ ਕਹੀਏ ਨਹੀਂ ਜੀ ਮੇਰਾ ਵਿਰੋਧ ਕਰੋਗੇ, ਨਹੀਂ ਜੀ ਅਕਾਲ ਚੈਨਲ ਤੇ ਮੈਂ ਕਿਉਂ ਦੇਵਾਂ ਇੰਟਰਵਿਊ, ਸਭ ਤੋਂ ਪਹਿਲੇ ਮੈਂ ਦੇਵਾਂਗਾ। ਜਿਹੜਾ ਮੇਰਾ ਜਵਾਬ ਬਣਦਾ ਹੈ, ਜੋ ਮੇਰੀ ਬਣਦੀ ਹੈ ਸੰਗਤ ਪ੍ਰਤੀ, ਪੰਥ ਪ੍ਰਤੀ, ਗੁਰੂ ਪ੍ਰਤੀ, ਉਹ ਹਮੇਸ਼ਾ ਤਨਦੇਹੀ ਨਾਲ ਨਿਭਾਵਾਂਗਾ। ਜੋ ਸਵਾਲ ਜੋ ਬਣਦੇ ਆ, ਮੈਂ ਨਜਾਇਜ਼ ਹੋਏਗਾ ਜੇ ਮੈਂ ਤੁਹਾਡੇ ਨਾਲ ਕਰ ਲਵਾਂ, ਉਹ ਸਵਾਲ ਸ਼ਾਇਦ ਮਨਜਿੰਦਰ ਸਿੰਘ ਸਿਰਸਾ ਜਾਂ ਹਰਮੀਤ ਸਿੰਘ ਕਾਲਕਾ ਤੇ ਬਣਦੇ ਨੇ। ਸੋ ਪਰ ਫਿਰ ਵੀ ਬਖੂਬੀ ਬੜੀ ਬੇਬਾਕੀ ਦੇ ਨਾਲ ਤੁਸੀਂ ਜਵਾਬ ਦਿੱਤੇ ਨੇ। ਸੋ ਵਾਕਈ ਉਹ ਸਹੀ ਗੱਲ ਹੈ, ਇੰਗਲਿਸ਼ ਦਾ ਕੋਟ ਹੈਗਾ ਕਿ ਕ੍ਰਿਟਿਸਾਈਜ਼ਰਸ ਆਰ ਓਵਰ ਗੁੱਡ ਫਰੈਂਡਸ, ਹੈ ਨਾ, ਓਵਰ ਗੁੱਡ ਫਰੈਂਡਸ। ਤੇ ਬਿਲਕੁਲ ਸੰਗਤ ਜੀ, ਇਸੇ ਤਰੀਕੇ ਕੁਝ ਸਵਾਲ ਜਵਾਬ, ਹੁਣ ਆਰੋਪ ਪ੍ਰਤਿਆਰੋਪ ਦਾ ਮੈਨੂੰ ਲੱਗਦਾ ਸਿਲਸਿਲਾ ਜਾਰੀ ਰਹੇਗਾ। ਜ਼ਰੂਰ ਕਵਾਂਗਾ, ਇੱਕ ਇੰਟਰਵਿਊ ਜ਼ਰੂਰ ਉਚੇਚੇ ਤੌਰ ਤੇ ਸਪੈਸ਼ਲ ਜ਼ਰੂਰ ਰੱਖਣਾ, ਤੁਹਾਡੇ ਹਰ ਸਵਾਲ ਦਾ ਜਵਾਬ ਦੇਵਾਂਗਾ ਤਾਂ ਕਿ ਸੰਗਤ ਤੱਕ ਮੇਰੀ ਬਹੁਤ ਕੁਝ ਆ ਗਿਆ ਪਰ ਸੰਗਤ ਤੱਕ ਮੇਰੀ ਗੱਲ ਜ਼ਰੂਰ ਪਹੁੰਚੇ। ਸੰਗਤ ਜੇ ਮੈਨੂੰ ਉਸ ਦੇ ਵਿੱਚ ਐਕਸੈਪਟ ਕਰਦੀ ਹੈ ਤਾਂ ਵੀ ਸੰਗਤ ਦਾ ਸ਼ੁਕਰਾਨਾ, ਗੁਰੂ ਦਾ ਸ਼ੁਕਰਾਨਾ। ਜੇ ਨਹੀਂ ਕਰਦੀ ਤਾਂ ਵੀ ਮੈਂ ਉਹਨਾਂ ਦੀ ਜੋ ਵੀ ਉਹਨਾਂ ਦਾ ਹੁਕਮ ਹੋਵੇ ਮੈਂ ਸਿਰ ਮੱਥੇ ਲੈਣ ਨੂੰ ਪ੍ਰਵਾਨ ਕਰਾਂਗਾ। ਠੀਕ ਹੈ, ਸਾਡੇ ਨਾਲ ਜੁੜੇ ਸੀ ਇੰਦਰਜੀਤ ਸਿੰਘ ਮੋਂਟੀ ਜੋ ਕਿ ਕੋ ਚੇਅਰਮੈਨ ਨੇ ਧਰਮ ਪ੍ਰਚਾਰ ਦੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ, ਨਾਲ ਅੰਮ੍ਰਿਤਪਾਲ ਸਿੰਘ ਆਲੀ, ਸਾਰੇ ਇੱਥੇ ਵੀਰ ਮੌਜੂਦ ਨੇ। ਸੋ ਇਹਨਾਂ ਦੇ ਨਾਲ ਅਸੀਂ ਗੱਲਬਾਤ ਕਰ ਰਹੇ ਸੀ, ਇਸੇ ਤਰੀਕੇ ਜੋੜਦੇ ਰਵਾਂਗੇ। ਵੇਖਦੇ ਰਹੋ ਅਕਾਲ ਚੈਨਲ। ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ। ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ।